ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 519 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 519 ਇਹ ਪੰਜਵੀਂ ਪਾਤਸ਼ਾਹੀ ਦੀ ਵਾਰ ਹੈ ਗੁਜਰੀ ਰਾਗ ਦੇ ਵਿੱਚ। ਉਹਦੀ 7ਵੀਂ ਪੌੜੀ ਲਵਾਂਗੇ ਅਸੀਂ। ਉਸ ਤੋਂ ਪਹਿਲਾਂ ਪੰਜਵੀਂ ਪਾਤਸ਼ਾਹੀ ਦੇ ਹੀ ਸ਼ਲੋਕ ਹੈਗੇ। ਸ਼ਲੋਕ ਮਹਲਾ ਪੰਜਵਾਂ। ਮਹਾਰਾਜ ਮੇਹਰ ਕਰਨ। ਲਗੜੀ ਸੁਥਾਨ ਜੋੜਨ ਹਾਰੈ ਜੋੜੀਆ, ਨਾਨਕ ਲਹਿਰੀ ਲੱਖ ਸੈ, ਨਾਨਕ ਲਹਿਰੀ ਲੱਖ ਸੈ ਆਨ, ਡੁੱਬਣ ਦੇ ਨਾ ਮਾਂ ਪਿਰੀ। ਲਗੜੀ ਸੁਥਾਨ ਸਹੀ ਜਗ੍ਹਾ 'ਤੇ ਲੱਗ ਗਈ। ਜੋੜਨ ਹਾਰੇ ਮਾਲਕ ਪਰਮਾਤਮਾ ਨੇ ਜੋੜ ਲਿਆ। ਹੁਣ ਮਾਲਕ ਪਰਮਾਤਮਾ ਨੇ ਜੋੜ ਲਿਆ ਆਪਣੇ ਨਾਲ। ਕੀ ਲੱਗ ਗਈ? ਪ੍ਰੀਤ ਲੱਗ ਗਈ। ਇਹ ਜੋ ਬਾਣੀ ਆਪਾਂ ਜੋ ਹੈ ਗੁਰੂ ਦੀ ਮੱਤ ਲੈ ਰਹੇ ਹਾਂ, ਇਹ ਗੁਰੂ ਨੇ ਆਪਣੀ ਪ੍ਰੀਤ ਉਸ ਮਾਲਕ ਪਰਮਾਤਮਾ ਦੇ ਨਾਲ ਲਗਾ ਦੇਣੀ ਹੈ। ਪਹਿਲਾਂ ਆਪਣੀ ਪ੍ਰੀਤ ਇਸ ਬਾਣੀ ਦੇ ਨਾਲ, ਗੁਰੂ ਦੇ ਨਾਲ ਲੱਗਣੀ ਆ, ਔਰ ਫਿਰ ਜਿਹੜਾ ਹੈਗਾ ਇਹਨੇ ਆਪਣੇ ਅੰਦਰ ਜਿਹੜਾ ਹੈਗਾ ਦ੍ਰਵਿਤ ਕਰ ਦੇਣਾ ਹੈ ਆਪਣਾ ਅੰਦਰ, ਔਰ ਇਹਨੇ ਜਿਹੜੀ ਹੈਗੀ ਸੁਥਾਨ ਸਹੀ ਜਗ੍ਹਾ 'ਤੇ ਪ੍ਰੀਤ ਲਗਾ ਦੇਣੀ ਹੈ। ਲਗੜੀ ਸੁਥਾਨ ਜੋੜਨ ਹਾਰੇ ਜੋੜੀਆ। ਉਹ ਮਾਲਕ ਪਰਮਾਤਮਾ ਜੋੜਨ ਹਾਰਾ ਹੈਗਾ, ਉਸਨੇ ਕਿਰਪਾ ਕਰ ਲੈਣੀ ਹੈ। ਫਿਰ ਕੀ ਹੋਏਗਾ? ਜੇ ਪ੍ਰੀਤ ਲੱਗ ਗਈ ਆਪਣੇ ਅੰਦਰ, ਦੇਖੋ ਪ੍ਰੀਤ ਲੱਗ ਗਈ ਤੇ ਫਿਰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਕੁਛ ਵੀ ਕਰ ਰਹੇ, ਕਿਤੇ ਵੀ ਹੈਗੇ ਆ, ਖਿੱਚ ਜਿਹੜੀ ਆਪਣੀ ਬਰਕਰਾਰ ਰਹਿਣੀ ਹੈ। ਕੁਛ ਵੀ ਕਰ ਰਹੇ ਆਪਣੀ ਖਿੱਚ ਬਰਕਰਾਰ ਰਹੇਗੀ। ਨਾਨਕ ਲਹਿਰੀ ਲੱਖ ਸੈ ਆਨ, ਕਹਿੰਦੇ ਹੋਰ ਜਿਹੜੀਆਂ ਮਾਇਆ ਦੀਆਂ ਲਹਿਰਾਂ ਜਿਹੜੀਆਂ ਸਮੁੰਦਰ ਦੇ ਵਿੱਚ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਜਿਹੜੀਆਂ ਲਹਿਰਾਂ ਹੈਗੀਆਂ ਲੱਖਾਂ ਹੀ ਲਹਿਰਾਂ ਭਾਵੇਂ। ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾਂ ਪਿਰੀ। ਮਾਂ ਮਤਲਬ ਮੇਰਾ, ਪਿਰੀ ਮਤਲਬ ਪਿਆਰਾ। ਉਹ ਮੇਰਾ ਪਿਆਰਾ ਪਰਮਾਤਮਾ ਨਹੀਂ ਡੁੱਬਣ ਦਿੰਦਾ। ਆ ਪ੍ਰੀਤ ਜਿਹੜੀ ਲੱਗ ਗਈ, ਬਸ ਇਹ ਪ੍ਰੀਤ ਹੀ ਲੱਗਣੀ ਚਾਹੀਦੀ ਹੈ। ਲਗੜੀ ਸੁਥਾਨ ਜੋੜਨ ਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸਹਿ ਆਨ, ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾਂ ਪਿਰੀ। ਉਹ ਮੇਰਾ ਪਿਆਰਾ ਜੀ। ਲੱਖ ਸਹਿ ਨੂੰ ਆਪਾਂ ਜਿੱਦਾਂ ਲੱਖ ਆਪਾਂ ਕਹਿੰਦੇ ਲੱਖਿਆ ਲੰਘ ਗਿਆ, ਆ ਰਹੀਆਂ ਲੱਖ ਰਹੀਆਂ ਲੱਖ ਸਹਿ, ਉਹ ਤਾਂ ਨਹੀਂ ਕਿ ਲੱਖ ਤੇ ਸਹਿ ਸੈਂਕੜੇ ਤੇ ਲੱਖ ਹੈ। ਨਹੀਂ, ਲੱਖ ਸਹਿ ਜਿਹੜਾ ਹੈਗਾ ਇੱਕ ਕਾਊਂਟਿੰਗ ਦੀ ਗੱਲ ਕਰ ਰਹੇ ਆ। ਜਿਸ ਤਰ੍ਹਾਂ ਕਹਿੰਦੇ ਆ ਸੈਂਕੜੇ ਹਜ਼ਾਰ ਕਹਿ ਦਿੰਦੇ ਆ, ਉਸ ਤਰ੍ਹਾਂ ਹੀ ਇਹ ਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਆਉਂਦਾ ਹੈ। ਮਤਲਬ ਤਾਂ ਏਦਾਂ ਵੀ ਇਹ ਵੀ ਆਉਂਦੀਆਂ, ਹਾਂ ਲੱਖ ਸਹਿ ਵੀ ਆ ਰਹੀਆਂ ਆਨ, ਮਤਲਬ ਹੋਰ ਮਤਲਬ ਕਾਫੀ ਸਾਰੀਆਂ ਆ ਰਹੀਆਂ ਬਹੁਤ ਜ਼ਿਆਦਾ ਕਾਊਂਟਲੈਸ ਆ ਕਹਿੰਦੀਆਂ। ਇੰਨੀਆਂ ਲਹਿਰਾਂ ਹੈਗੀਆਂ ਇਸ ਸੰਸਾਰ ਸਮੁੰਦਰ ਦੇ ਵਿੱਚ। ਇਹ ਜਿਹੜੇ ਹੈਗੇ ਵਿਚਾਰਾਂ ਦੀਆਂ ਵੀਰ ਜੀ, ਵਿਚਾਰਾਂ ਦੀਆਂ ਲਹਿਰਾਂ, ਬਿਲਕੁਲ ਵਿਚਾਰਾਂ ਦੀਆਂ ਲਹਿਰਾਂ। ਆਹੀ ਵਿਚਾਰਾਂ ਦੀਆਂ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹਨਾਂ ਦੇ ਕੋਲ ਇਹੀ ਤਾਂ ਪਾਵਰ ਹੈਗੀ ਹੈ ਲਹਿਰਾਂ ਦੀ। ਇਹੀ ਤਾਂ ਇਹਨਾਂ ਨੇ ਛੱਡਣੀਆਂ, ਸਾਰਿਆਂ ਨੇ ਛੱਡ ਦੇਣੀਆਂ ਇਕੱਠੀਆਂ। ਇਹ ਫੌਜ ਹੈ ਇਹਨਾਂ ਦੀ ਪੂਰੀ ਪੂਰੀ ਫੌਜ ਹੈ ਇਕੱਠੀ ਆ। ਜਿਹੜੇ ਫਿਰ ਇੰਡੀਵਿਜੂਅਲ ਜਿਹੜਾ ਹੈਗਾ, ਆਪਾਂ ਗੁਰੂ ਦੀ ਮੱਤ ਲੈ ਕੇ ਇੰਡੀਵਿਜੂਅਲ ਜਿਹੜੇ ਇੱਕ ਨੂੰ ਆਪਾਂ ਦੇਖਦੇ ਹਾਂ, ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਇਹਨਾਂ ਦਾ ਦਲ ਬਿਖਮ ਦਲ ਜਿਹੜਾ ਫੋੜ ਦਿੰਦੇ ਹਾਂ ਆਪਾਂ। ਲਗੜੀ ਸੁਥਾਨ ਜੋੜਨ ਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾਂ ਪਿਰੀ। ਮਹੱਲਾ ਪੰਜਵਾਂ ਕਿਵੇਂ ਜਿਹੜਾ ਹੋ ਗਿਆ, ਕਿਸ ਤਰ੍ਹਾਂ ਜਿਹੜਾ ਹੁਣ ਇਸ ਚੀਜ਼ ਨੂੰ ਅੱਗੇ ਮਹਾਰਾਜ ਆਹ ਸ਼ਲੋਕ ਦੱਸ ਰਿਹਾ। ਬਨੇ ਪੀਹਾਵਲੈ ਹਿਕ ਸਾਥੀ ਲੱਧਮ, ਦੁੱਖ ਹਰਤਾ ਹਰ ਨਾਮਾ। ਇਹ ਸੰਸਾਰ ਜਿਹੜਾ ਹੈਗਾ, ਸੰਸਾਰ ਸਮੁੰਦਰ ਹੈਗਾ, ਇੱਥੇ ਕਹਿਤਾ ਬਨ ਔਰ ਪੀਹਾਵਲਾ, ਬਹੁਤ ਹੀ ਡਰਾਉਣਾ ਬਨ ਹੈਗਾ ਇਹ। ਕਹਿੰਦੇ ਇਹਦੇ ਵਿੱਚ ਮੈਨੂੰ ਇੱਕ ਸਾਥੀ ਲੱਭ ਗਿਆ ਭਾਈ,
ਉਹ ਮਾਲਕ ਪਰਮਾਤਮਾ, ਉਹਦੀ ਖਿੱਚ, ਉਹਦਾ ਪਿਆਰ, ਉਹਦਾ ਨਾਮ, ਇਹ ਸਾਰਾ ਜਿਹੜਾ ਹੈਗਾ ਇਕੱਠਾ ਹੀ ਹੈਗਾ ਭਾਈ। ਬਨੇ ਬਿਹਾਵਲੈ ਇੱਕ ਸਾਥੀ ਲੱਧਮ ਦੁੱਖ ਹਰਤਾ ਹਰ ਨਾਮਾ ਆ ਲਓ। ਕਲੈਰਿਟੀ ਦੇ ਦਿੱਤੀ। ਬਨੇ ਬਿਹਾਵਲੈ ਇੱਕ ਸਾਥੀ ਲੱਧਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ। ਕਹਿੰਦੇ ਉਸ ਸੰਤ ਤੋਂ, ਉਸ ਗੁਰੂ ਤੋਂ, ਹੁਣ ਇੱਥੇ ਪਲੂਰਲ ਹੈਗਾ, ਸੰਤ ਜਿਹੜਾ ਹੈਗਾ ਪਲੂਰਲ ਹੈਗੇ, ਉਹਨਾਂ ਬ੍ਰਹਮ ਗਿਆਨੀਆਂ ਤੋਂ ਕਹਿੰਦੇ ਮੈਂ ਬਲਿਹਾਰ ਜਾਣਾ ਹੈ। ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ। ਕਹਿੰਦੇ ਉਹਨਾਂ ਦੇ ਤਾਂ ਕੰਮ ਪੂਰਨ ਹੈਗੇ, ਔਰ ਮੇਰਾ ਕੰਮ ਜਿਹੜਾ ਹੈਗਾ ਉਹਨਾਂ ਨੇ ਸਿਰੇ ਚਾੜ ਦਿੱਤਾ, ਮੈਨੂੰ ਜਿਹੜਾ ਹੈਗਾ ਆਹ ਲਭਾ ਦਿੱਤਾ। ਪਰਮੇਸ਼ਰ ਦਾ ਨਾਮ ਮੇਰਾ ਸਾਥੀ ਇਸ ਬੰਨ ਦੇ ਵਿੱਚ, ਡਰਾਵਣੇ ਬੰਨ ਦੇ ਵਿੱਚ, ਜਿਹੜਾ ਮੈਨੂੰ ਭਟਕਣ ਨਹੀਂ ਦਿੰਦਾ, ਮੈਨੂੰ ਬਚਾ ਕੇ ਰੱਖਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਮਹੱਲਾ ਪੰਜਵਾਂ। ਬਨੇ ਬਿਹਾਵਲੈ ਹਿਕ ਸਾਥੀ ਲੱਧਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ। ਪੌੜੀ ਪਾਈਨ ਸਭੇ ਥੋ ਸਭੇ ਨਿਦਾਨ ਤੇਰੇ ਰੰਗ ਰਤਿਆ। ਬਸ ਆਹ ਦੇਖੋ ਇੱਥੇ ਰੰਗ ਕਹਿਤਾ, ਉੱਥੇ ਜਿਹੜਾ ਪ੍ਰੀਤ ਕਹਿਤੀ। ਬਸ ਆਹ ਰੰਗ ਹੈਗਾ, ਚੜ੍ਹ ਗਿਆ ਰੰਗ, ਹੋ ਗਈ ਪ੍ਰੀਤ। ਜਿਹਨੂੰ ਪ੍ਰੀਤ ਹੋ ਗਈ ਪਰਮਾਤਮਾ ਦੇ ਨਾਲ, ਉਹਨੂੰ ਰੰਗ ਚੜ੍ਹ ਗਿਆ। ਪਾਈਨ ਸਭੇ ਨਿਦਾਨ ਤੇਰੇ ਰੰਗ ਰਤਿਆਂ ਨਾ ਹੋਵੀ ਪਛਤਾਓ ਤੁਧ ਨੂੰ ਜਪਤਿਆਂ। ਆ ਲਓ, ਉੱਥੇ ਨਾਮਾ ਕਿਹਾ ਸੀ, ਇੱਥੇ ਜਪਣਾ ਕਹਿ ਦਿੱਤਾ। ਪਛਤਾਓ ਕੀ ਹੈਗਾ ਬਈ ਮਨੁੱਖ ਜੂਨ ਚਲੀ ਗਈ, ਬਾਅਦ ਵਿੱਚ ਫਿਰ ਪਛਤਾਉਣਾ ਪੈਂਦਾ ਹੈ। ਜਦ ਉੱਥੇ ਧਰਮਰਾਜ ਦੇ ਕੋਲ ਜਿਹੜਾ ਹੈਗਾ ਹੁੰਦਾ ਹੈ ਫੈਸਲਾ, ਉੱਥੇ ਫਿਰ ਪਛਤਾਉਂਦਾ ਇਨਸਾਨ, ਬਈ ਕਿੰਨਾ ਸੁਨਹਿਰੀ ਅਵਸਰ ਮਿਲਿਆ ਸੀਗਾ ਮੈਨੂੰ, ਔਰ ਮੈਂ ਜਿਹੜਾ ਹੈਗਾ ਮੁਫਤ ਦੇ ਵਿੱਚ ਹੀ ਗਵਾ ਦਿੱਤਾ, ਕੁਛ ਲੱਭਿਆ ਹੀ ਨਹੀਂ। ਨਾ ਹੋ ਵੀ ਪਛਤਾਓ, ਨਹੀਂ ਤਾਂ ਪਛਤਾਉਣਾ ਤਾਂ ਪੈਣਾ ਹੈ ਭਾਈ ਆਪਾਂ ਨੂੰ। ਨਾ ਹੋ ਵੀ ਪਛਤਾਓ ਤੁਧ ਨੂੰ ਜਪਤਿਆਂ ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਕਹਿੰਦੇ ਕੋਈ ਵੀ ਜਿਹੜਾ ਹੈਗਾ ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਕਹਿੰਦੇ ਕੋਈ ਵੀ ਹੋਰ ਕੋਈ ਜ਼ਰੀਆ ਨਹੀਂ ਹੈਗਾ, ਔਰ ਹੋਰ ਕੋਈ ਜ਼ਰੀਆ ਨਹੀਂ ਹੈ ਇਸ ਆ ਜਿਹੜੀ ਹੈਗੀ ਆ ਇਸ ਸਥਾਨ 'ਤੇ ਪਹੁੰਚਣ ਦਾ। ਔਰ ਕੋਈ ਹੋਰ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਜਿਹੜੀ ਮਾਇਆ ਹੈਗੀ ਆ, ਉਹ ਨਹੀਂ ਢਾਹ ਲਾ ਸਕਦੀ, ਨਹੀਂ ਜਿਹੜਾ ਹੈਗਾ ਪਹੁੰਚ ਸਕਦੀ। ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਜਿਸ ਨੂੰ ਤੇਰੀ ਟੇਕ ਆ, ਜਿਨ੍ਹਾਂ ਨੂੰ, ਉਹਨਾਂ ਨੂੰ ਕੋਈ ਜਿਹੜਾ ਹੈਗਾ ਰਸਤੇ 'ਚ ਰੁਕਾਵਟ ਨਹੀਂ ਜਿਹੜੀ ਹੈਗੀ ਰੋਕ ਸਕਦੀ। ਗੁਰ ਪੂਰੇ ਵਾਹ ਵਾਹ ਸੁਖ ਲਹਾਂ ਚਿਤਾਰ ਮਨ। ਕਹਿੰਦੇ ਗੁਰੂ ਪੂਰੇ ਨੂੰ ਵਾਹ ਵਾਹ ਹੈ ਪਾਏ। ਇਹ ਵਾਹ ਵਾਹ ਜਿਹੜੀ ਹੈਗੀ ਇਹ ਪਰਮੇਸ਼ਰ ਦੀ ਭਗਤੀ ਹੈਗੀ ਆ। ਕਹਿੰਦੇ ਮੈਂ ਚਿਤਾਰ ਕੇ ਆਪਣੇ ਮਨ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਦਾ ਧਿਆਨ ਕਰਕੇ ਜਿਹੜਾ ਹੈਗਾ ਪੂਰੇ ਗੁਰੂ ਨੂੰ ਜਿਹੜਾ ਹੈਗਾ, ਪੂਰੇ ਗੁਰੂ ਦਾ ਧੰਨਵਾਦ ਇਸ ਤਰੀਕੇ ਨਾਲ ਕਰ ਸਕਦੇ ਹਾਂ। ਗੁਰ ਪੂਰੇ ਵਾਹ ਵਾਹ ਸੁਖ ਲਹਾਂ ਚਿਤਾਰ ਮਨ। ਔਰ ਅੰਦਰ ਮਨ ਦੇ ਵਿੱਚ ਸੁਖ ਆਈ ਜਾਂਦਾ। ਆਹੀ ਸੁਖ ਹੈ ਪਾਏ ਗੁਰ ਪੈ ਸਿਫਤ ਭੰਡਾਰ ਕਰਮੀ ਪਾਈਏ। ਗੁਰੂ ਦੇ ਕੋਲ ਜਿਹੜਾ ਹੈਗੇ ਸਿਫਤੀ ਦੇ ਭੰਡਾਰ ਭਰੇ ਪਏ ਆ ਪਾਏ। ਕਰਮਾਂ ਦੇ ਨਾਲ ਜਿਹੜਾ ਹੈਗਾ ਕੋਈ ਵੀ ਲੈ ਸਕਦਾ ਹੈ। ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਏ। ਔਰ ਗੁਰੂ ਦੀ ਨਦਰ ਜਿਹੜੀ ਹੈ ਨਿਹਾਲੋ ਨਿਹਾਲ ਹੋ ਜਾਂਦਾ ਇਨਸਾਨ, ਜਿਹੜਾ ਇੱਕ ਵਾਰੀ ਸਹੀ ਜਿਹੜਾ ਹੈਗਾ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਲੱਗ ਗਿਆ, ਗੁਰੂ ਦੇ ਆਪਣੇ ਆਪ ਨੂੰ ਘੜਨ। ਕਹਿੰਦੇ ਫਿਰ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਹੈਗਾ, ਫਿਰ ਜੂਨਾਂ ਦੇ ਵਿੱਚ ਜਿਹੜਾ ਹੈਗਾ ਨਹੀਂ ਜਿਹੜਾ ਭਟਕਦਾ। ਇਹ ਬੰਨ ਦੇ ਵਿੱਚ, ਬਿਹਾਵਲੇ ਬੰਨ ਦੇ ਵਿੱਚ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਨਹੀਂ ਜਿਹੜਾ ਹੈਗਾ ਆਪਣਾ ਰਸਤਾ ਜਿਹੜਾ ਹੈਗਾ ਭੁੱਲਦਾ। ਰੱਖੇ ਆਪ ਦਿਆਲ ਕਰ ਦਾਸਾਂ ਆਪਣੇ। ਇਸ ਤਰੀਕੇ ਦੇ ਨਾਲ ਉਹ ਦਿਆਲੂ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੇ ਦਾਸਾਂ ਨੂੰ ਰੱਖਦਾ ਹੈ ਭਾਈ, ਬਚਾ ਲੈਂਦਾ ਹੈ। ਜਿਹੜੇ ਦਾਸ ਬਣਨਾ ਚਾਹੁੰਦੇ ਆ, ਹਰ 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 ਨਾਮ ਜੀਵਾਂ ਸੁਣ ਸੁਣੇ। ਉਹ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਉਹ ਜਪਦੇ ਆ, ਸੁਣਦੇ ਆ, ਧਿਆਉਂਦੇ ਆ। ਹਰ ਹਰ ਨਾਮ, ਹਰ 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 ਨਾਮ ਜੀਵਾਂ ਸੁਣ ਸੁਣੇ।
ਸ਼ਲੋਕ ਮਹਲਾ ਪੰਜਵਾਂ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ। ਇਹ ਪਤਾ ਨਹੀਂ ਜਿਹੜਾ ਹੈਗਾ ਆਪਾਂ ਜਿਹੜੇ ਆ ਮਹਾਰਾਜ ਦੇ ਰੁਮਾਲਾ ਚੜਾਉਣ 'ਤੇ ਆਹ ਸ਼ਬਦ ਕਿਉਂ ਪੜ੍ਹਦੇ ਆ। ਇਹ ਤਾਂ ਮੈਨੂੰ ਲਿੰਕ ਹੀ ਨਹੀਂ ਆ ਰਿਹਾ ਉਹਦੇ ਵਿੱਚ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਇਹ ਪ੍ਰੇਮ ਦਾ ਪਟੋਲਾ ਤਾਂ ਉਹ ਮਾਲਕ ਪਰਮਾਤਮਾ ਨੇ ਦਿੱਤਾ ਹੈ। ਉਸ ਨੇ ਦਿੱਤਾ ਹੈ, ਮਾਲਕ ਨੇ ਗੁਰੂ ਦੇ ਦੁਆਰਾ ਆਪਾਂ ਨੂੰ ਦਿੱਤਾ ਹੈ। ਆਪਣੀ ਪੱਤ ਢਕਣੀ ਹੈ ਭਾਈ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ। ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਕਹਿੰਦੇ ਤੂੰ ਤਾਂ ਸਭ ਕੁਝ ਜਾਣਨ ਵਾਲਾ ਆ, ਸਭ ਕੁਝ ਦੇਖਣ ਵਾਲਾ ਆ, ਅੰਤਰਜਾਮੀ ਹੈਗਾ ਆ, ਮੇਰਾ ਮਾਲਕ ਹੈਗਾ ਆ। ਮੈਂ ਹੀ ਤੇਰੀ ਸਾਰ ਨਹੀਂ ਜਾਣਦਾ ਸੀਗਾ। ਮਹੱਲਾ ਪੰਜਵਾਂ। ਤੈਂਡੇ ਸਿਮਰਣੇ ਹਬ ਕਿਛ ਲੱਦਮ, ਬਿਕਮ ਨਾ ਡਿੱਠਮ ਕੋਈ। ਤੇਰੇ ਸਿਮਰਨ ਕਰਨ ਦੇ ਨਾਲ, ਤੈਨੂੰ ਸਮਰਨ ਕਰਨ ਦੇ ਨਾਲ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਕੋਈ ਔਖਿਆਈ ਨਹੀਂ ਆਉਂਦੀ। ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਜਿਸ ਦੀ ਪੱਤ ਇਸ ਤਰੀਕੇ ਦੇ ਨਾਲ ਭਾਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਰੱਖ ਲੈਂਦਾ ਹੈ। ਪੱਤ ਰੱਖਣ ਦਾ ਤਰੀਕਾ ਕੀ ਹੈ? ਪੱਤ ਰੱਖਣ ਦਾ ਤਰੀਕਾ ਹੈ ਪ੍ਰੇਮ। ਇਹ ਗੁਰੂ ਜਿਹੜਾ ਹੈਗਾ, ਗੁਰੂ ਦੇ ਲੜ ਲੱਗ ਗਿਆ ਹੈ। ਗੁਰੂ ਦੀ ਮੱਤ ਲੈ ਲਈ, ਬ੍ਰਹਮ ਗਿਆਨ ਲੈ ਲਿਆ, ਪ੍ਰੇਮ ਪੈ ਗਿਆ। ਬ੍ਰਹਮ ਗਿਆਨ ਲੈਣਾ ਕੀ ਹੈ? ਪ੍ਰੇਮ ਪੈ ਗਿਆ। ਇਨਸਾਨ ਦੇ ਅੰਦਰ ਪਿਆਰ ਪੈਦਾ ਹੋ ਜਾਏ, ਬ੍ਰਹਮ ਗਿਆਨ ਨਾਲ ਹੀ ਪਿਆਰ ਪੈਦਾ ਹੋ ਗਿਆ ਤੇ ਤਾਂ ਵੀ ਗੱਲ ਬਣ ਜਾਣੀ। ਪਹਿਲਾਂ ਬ੍ਰਹਮ ਗਿਆਨ ਦੇ ਨਾਲ ਪਿਆਰ ਪੈਣਾ, ਫਿਰ ਜਿਹੜਾ ਹੈਗਾ ਉਹ ਮਾਲਕ ਦੇ ਨਾਲ ਪਿਆਰ ਪੈ ਜਾਣਾ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਪੱਤ ਰੱਖ ਲੈਂਦਾ। ਜਿਸ ਪੱਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਕੋਈ ਉਹਨੂੰ ਮਿਟਾ ਨਹੀਂ ਸਕਦਾ ਭਾਈ, ਕਿਉਂਕਿ ਸਾਰੀ ਦੀ ਸਾਰੀ ਗੇਮ, ਸਾਰਾ ਦਾ ਸਾਰਾ ਕੰਟਰੋਲ ਉਸ ਮਾਲਕ ਦੇ ਕੋਲ ਆ। ਪੌੜੀ ਹੋਵੇ ਸੁਖ ਘਣਾ, ਦਈ ਥਿਆਈ ਹੈ। ਬਸ ਕਹਿੰਦੇ ਜੇ ਸੁੱਖ ਚਾਹੀਦਾ, ਘਣਾ ਸੁੱਖ ਚਾਹੀਦਾ ਪਿਆਰਿਆਂ, ਤੇ ਧਿਆਨ ਸਿਮਰਨ ਦੇ ਵਿੱਚ ਜਾ। ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਧਿਆਨ ਸਿਮਰਨ ਦੇ ਵਿੱਚ ਜ਼ਰੂਰ ਬੈਠ ਪਿਆਰਿਆ, ਜ਼ਰੂਰ ਬੈਠ। ਹੋਵੇ ਸੁਖ ਘਣਾ ਦਈ ਧਿਆਈਐ, ਵੰਜੇ ਰੋਗਾਂ ਘਾਣ ਹਰ ਗੁਣ ਗਾਈਐ। ਕਹਿੰਦੇ ਰੋਗਾਂ ਦਾ ਘਾਣ ਜਿਹੜਾ ਹੈਗਾ, ਘਾਣ ਸਾਰਾ ਜਿਹੜਾ ਹੈਗਾ, ਇਹ ਮੈਲ ਜਿਹੜੀ ਹੈਗੀ ਆ, ਜਿਹੜੇ ਘਾਣ ਕਰ ਦਿੰਦੇ, ਜਿਹੜੇ ਆਪਣੇ ਸਵਾਸ, ਆਪਣੀ ਮਨੁੱਖੀ ਜੂਨ ਜਿਹੜੀ ਹੈਗੀ ਉਹ ਖਤਮ ਕਰ ਦਿੰਦੇ ਆ। ਕਹਿੰਦੇ ਉਹ ਸਾਰਾ ਦਾ ਸਾਰਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਚਲੇ ਜਾਣਗੇ ਭਾਈ, ਜੇ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਾਂਗੇ, ਜੇ ਉਹ ਤਾਂ ਧਿਆਨ ਸਿਮਰਨ ਕਰਾਂਗੇ। ਹੁਣ ਜਿਹੜਾ ਇੱਥੇ ਉੱਪਰ ਲਿਖਤਾ ਹੋਵੇ ਸੁੱਖ ਕਣਾ ਦਈ ਧਿਆਈਏ, ਹੁਣ ਫਿਰ ਦੁਬਾਰਾ ਫਿਰ ਧਿਆਈਏ, ਫਿਰ ਦੁਬਾਰਾ ਲਿਖ ਦਿੰਦੇ, ਫਿਰ ਗੱਲ ਬਣਨੀ ਨਹੀਂ ਹੈ, ਫਿਰ ਇਹ ਪੋਇਟਰੀ ਨਹੀਂ ਰਹਿ ਜਾਂਦੀ, ਇੱਕੋ ਚੀਜ਼ ਬਾਰ-ਬਾਰ ਹੋ ਜਾਂਦੀ। ਇਸ ਕਰਕੇ ਵੰਜੇ ਰੋਗਾਂ ਕਾਣ ਹਰ ਗੁਣ ਗਾਈਏ ਲਿਖਤਾ। ਅੰਦਰ ਵਰਤੇ ਠਾਂਡ ਪ੍ਰਭ ਚਿੱਤ ਆਈਏ। ਸੌਰੀ, ਮਾਫ ਕਰਨਾ ਜੀ, ਮੈਂ ਨਾ ਇਹ ਫਿਰ ਗਲਤ ਪੜ੍ਹ ਰਿਹਾ ਹਾਂ। ਧਿਆਏ ਲਿਖਿਆ ਹੋਇਆ ਹੈ, ਗਾਏ ਲਿਖਿਆ ਹੋਇਆ ਹੈ, ਗਾਇਆ ਧਿਆਇਆ। ਕਿਉਂਕਿ ਡਿਫਰੈਂਸ ਕੀ ਹੈਗਾ? ਮੈਂ ਪਹਿਲਾਂ ਧਿਆਈਏ ਪੜ੍ਹਿਆ ਅਤੇ ਹੁਣ ਜਿਹੜਾ ਹੈਗਾ ਧਿਆਇਆ ਪੜ੍ਹ ਰਿਹਾ। ਇਹਦੇ ਵਿੱਚ ਡਿਫਰੈਂਸ ਕੀ ਹੈਗਾ? ਡਿਫਰੈਂਸ ਹੈਗਾ ਭਾਈ ਕਿ ਉਹ ਹੁਕਮ ਹੋ ਗਿਆ ਬਈ ਹੋਵੇ ਸੁੱਖ ਕਣਾ ਦਈ ਧਿਆਈਏ, ਮਤਲਬ ਪਰਮਾਤਮਾ ਦਾ ਧਿਆਨ ਕਰੋ ਅਤੇ ਕਣਾ ਸੁੱਖ ਹੋ ਜਾਏਗਾ। ਇੱਥੇ ਧਿਆਏ ਦਾ ਮਤਲਬ ਹੈਗਾ ਵੀ ਜਿਹੜਾ ਜਿਸਨੇ ਵੀ ਸੁੱਖ ਹੋਣਾ ਹੈ ਧਿਆਨ ਦੇ ਬਾਅਦ, ਜੇ ਆਪਾਂ ਧਿਆਵਾਂਗੇ ਤਾਂ ਸੁੱਖ ਪ੍ਰਾਪਤ ਹੋਏਗਾ। ਇਹ ਮਹਾਰਾਜ ਕਹਿ ਰਿਹਾ ਕਿ ਜਿਸਨੇ ਧਿਆਇਆ ਉਹਦੇ ਅੰਦਰ ਸੁੱਖ ਪੈਦਾ ਹੋ ਜਾਂਦਾ, ਘਣਾ ਸੁੱਖ ਪੈਦਾ ਹੋ ਜਾਂਦਾ। ਉਹ ਇੰਸਟਰਕਸ਼ਨ ਹੈਗੀ ਬਈ ਧਿਆਈਏ, ਬਈ ਤੁਹਾਡੀ ਮਰਜ਼ੀ ਹੈ, ਧਿਆ ਲਓ, ਮਰਜ਼ੀ ਹੈ ਤੁਹਾਡੀ, ਮਰਜ਼ੀ ਦੇ ਉੱਤੇ ਇੰਸਟਰਕਸ਼ਨ ਹੈਗੀ ਆਪਾਂ ਨੂੰ। ਇਹ ਇੰਸਟਰਕਸ਼ਨ ਨਹੀਂ ਹੈਗੀ, ਕਹਿੰਦੇ ਸੁੱਖ ਮਿਲਣਾ ਹੀ ਧਿਆਨ ਦੇ ਬਾਅਦ ਆ। ਹੋਵੇ ਸੁੱਖ ਘਣਾ ਦਈ ਧਿਆਇਆ ਹੋ ਵੰਜੇ ਰੋਗਾਂ ਕਾਣ ਹਰ ਗੁਣ ਗਾਇਆ। ਪਰਮੇਸ਼ਰ ਦੇ ਗੁਣ ਗਾਉਣੇ, ਉਹੀ ਧਿਆਨ ਸਿਮਰਨੇ ਪਾਏ। ਉਹਦੇ ਨਾਲ ਜਿਹੜਾ ਹੈਗਾ ਪ੍ਰੇਮਾ ਭਗਤੀ ਦੇ ਨਾਲ ਜਿਹੜਾ ਹੈ ਰੋਗਾਂ ਦਾ ਘਾਣ, ਕਿੰਨੇ ਮਰਜ਼ੀ ਰੋਗ ਹੋਣ, ਸਾਰੇ ਦੇ ਸਾਰੇ ਦੂਰ ਹੋ ਜਾਂਦੇ, ਨਿਰੋਗ ਹੋ ਜਾਂਦਾ ਇਨਸਾਨ।
ਅੰਦਰ ਵਰਤੇ ਠੰਡ ਪ੍ਰਭ ਚਿੱਤ ਆਇਆ। ਪਰਮਾਤਮਾ ਚਿੱਤ ਦੇ ਵਿੱਚ ਆ ਜਾਂਦਾ ਹੈ, ਜਿਹਦੇ ਉਹਦੇ ਅੰਦਰ ਠੰਡ ਵਰਤ ਜਾਂਦੀ ਹੈ। ਪੂਰਨ ਹੋਵੇ ਆਸ ਨਾਏ ਮਨ ਵਸਾਇਆ। ਨਾਮ ਨੂੰ ਮਨ ਦੇ ਵਿੱਚ ਵਸਾਉਣ ਦੇ ਨਾਲ ਆਸ, ਸਾਰੀ ਆਸ ਪੂਰਨ ਹੋ ਜਾਂਦੀ ਹੈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਮਾਲਕ ਦੇ ਜਿਹੜੇ ਹੈਗੇ ਆ ਮਹਿਲ ਦੇ ਵਿੱਚ ਵਾਸਾ ਹੋ ਜਾਂਦਾ ਹੈ। ਕੋਈ ਨਾ ਲੱਗੇ ਵਿਗਨ ਆਪ ਗਵਾਇਆ। ਐਸੇ ਨਾਲ ਹਉਮੈ ਜਾਂਦੀ ਹੈ ਭਾਈ। ਔਰ ਫਿਰ ਜਿਹੜਾ ਹੈਗਾ ਕੋਈ ਵਿਗਨ ਹੀ ਨਹੀਂ ਲੱਗਦੀ। ਜਿਸ ਦੀ ਹਉਮੈ ਚਲੀ ਗਈ, ਜਿਹੜਾ ਆਪਣੇ ਆਪ ਨੂੰ ਜਿਹੜਾ ਹੈਗਾ, ਜਿਹਦੀ ਆਪਣੀ ਮੈਂ ਗਈ, ਅਤੇ ਫਿਰ ਬਾਕੀ ਤਾਂ ਫਿਰ ਪਰਮਾਤਮਾ ਹੀ ਰਹਿ ਗਿਆ ਭਾਈ। ਫਿਰ ਕਾਹਦਾ ਲੇਖਾ ਜੋਖਾ ਹੈ। ਗਿਆਨ ਪਦਾਰਥ ਮਤ ਗੁਰ ਤੇ ਪਾਇਆ। ਗਿਆਨ ਪਦਾਰਥ ਕਿੱਥੋਂ ਮਿਲਣਾ ਹੈ ਭਾਈ? ਇਹ ਮਤ ਕਿੱਥੋਂ ਮਿਲਣੀ ਹੈ? ਗੁਰਮਤ ਇਹ ਗਿਆਨ ਪਦਾਰਥ ਹੈ ਭਾਈ। ਇਹ ਗਿਆਨ ਪਦਾਰਥ ਹੈ। ਗਿਆਨ ਮਿਲ ਗਿਆ, ਇਸ ਦੇ ਨਾਲ ਨਾਮ ਪਦਾਰਥ ਮਿਲ ਜਾਣਾ ਹੈ। ਤਿਨੇ ਪਾਏ ਸਭੇ ਥੋਕ ਜਿਸੇ ਆਪ ਦਿਵਾਇਆ। ਔਰ ਸਾਰੇ ਥੋਕ ਦੇ ਵਿੱਚ ਮਿਲ ਜਾਂਦੇ ਆ ਭਾਈ। ਉਸ ਨੂੰ ਮਿਲਦੇ ਆ ਜਿਹੜਾ ਹੈਗਾ ਆਪ ਮਾਲਕ ਪਰਮਾਤਮਾ ਜਿਹੜਾ ਹੈਗਾ ਆਪ ਦਿੰਦਾ ਹੈ। ਤੂੰ ਸਭਨਾ ਦਾ ਖਸਮ ਸਭ ਤੇਰੀ ਛਾਇਆ। ਕਹਿੰਦੇ ਤੂੰ ਤਾਂ ਸਾਰਿਆਂ ਦਾ ਆਇਆ ਮਾਲਕਾ। ਤੇਰੇ ਆਸਰੇ, ਤੇਰੀ ਛਾਂ ਦੇ ਵਿੱਚ ਤਾਂ ਸਾਰੇ ਦੀ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦਾ ਮਾਲਕ ਤੂੰ ਹੈਗਾ ਆ। ਸਾਰਿਆਂ ਦਾ ਜਿਹੜਾ ਹੈਗਾ ਰਾਖਾ ਤੂੰ ਹੈਗਾ ਹੈ। ਸ਼ਲੋਕ ਮਹਲਾ ਪੰਜਵਾਂ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ। ਹੁਣ ਦੇਖੋ ਤਰਨਾ ਹੈ ਆਪਾਂ ਨੇ, ਇੱਥੇ ਨਦੀ ਕਹਿਤਾ, ਸੰਸਾਰ ਸਮੁੰਦਰ ਕਹਿਤਾ, ਵਿਚਾਰਾਂ ਦਾ ਸਾਗਰ ਹੈਗਾ। ਇਸ ਨੂੰ ਤਰਨ ਦੇ ਵਾਸਤੇ ਕਹਿੰਦੇ ਮੈਂਡਾ ਖੋਜ ਨਾ ਖੁੰਭੈ। ਖੋਜ ਕਹਿੰਦੇ ਆ ਪੈਰ ਨੂੰ, ਬਸ ਇਹ ਪੈਰ ਜਿਹੜੇ ਹੈਗੇ ਨਾ ਖੁੰਭੈ, ਕਹਿੰਦੇ ਇਹ ਖੁੱਭਦੇ ਨਹੀਂ ਹੈਗੇ ਮੋਹ ਦੇ ਚਿੱਕੜ ਦੇ ਵਿੱਚ, ਵਿਚਾਰਾਂ ਦੇ ਵਿੱਚ। ਮੇਰੀ ਸੁਰਤ ਵਿਚਾਰਾਂ ਦੇ ਵਿੱਚ ਜਿਹੜੀ ਹੈਗੀ ਭਟਕਦੀ ਨਹੀਂ ਹੈਗੀ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ। ਆਪਾਂ ਨੂੰ ਸੰਸਾਰ ਸਮੁੰਦਰ ਤਰਨ ਵਾਸਤੇ ਆਪਾਂ ਨੂੰ ਜਨਮ ਮਿਲਿਆ ਹੋਇਆ। ਮਨੁੱਖੀ ਜੂਨ ਇਹਦੇ ਵਾਸਤੇ ਮਿਲੀ ਆਪਾਂ ਨੂੰ। ਨਦੀ ਤਰੰਦੜੀ ਕਹਿੰਦੇ ਮੈਂ ਤਰ ਰਿਹਾ ਹਾਂ, ਮੇਰੇ ਪੈਰ ਨਹੀਂ ਖੁੱਭ ਰਹੇ ਚਿੱਕੜ ਦੇ ਵਿੱਚ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ। ਨਦੀ ਤਰਨ ਦੀ ਇਹਨਾਂ ਦੇ ਉੱਤੇ ਹੀ ਤਰ ਰਿਹਾ ਹੈ। ਨਦੀ ਤਰੰਦੜੀ ਇਹ ਸਵਾਦ ਰਸਕਸ ਜੋ ਦੁਨੀਆ ਦੇ ਪਦਾਰਥ ਆ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ। ਕਹਿੰਦੇ ਮੈਨੂੰ ਤੇਰਾ ਪਿਆਰ ਆ ਮੇਰੇ ਅੰਦਰ। ਮੰਝ ਮੁਹੱਬਤ ਤੇਰੀ, ਤੇਰਾ ਪਿਆਰ ਹੈ, ਤੇਰੀ ਮੁਹੱਬਤ ਹੈ ਮੇਰੇ ਨਾਲ। ਤੇਰੇ ਵੱਲ ਮੇਰੀ ਜਿਹੜੀ ਇਹ ਸੁਰਤ ਹੈਗੀ ਆ, ਇਸ ਕਰਕੇ ਮੈਨੂੰ ਜਿਹੜਾ ਹੈਗਾ ਇਹ ਮੈਨੂੰ ਜਿਹੜੇ ਹੈਗੇ ਇਹਨਾਂ ਦੇ ਵਿੱਚ ਮੈਨੂੰ ਰਸ ਨਹੀਂ ਆਉਂਦਾ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ ਮੰਝ ਮੁਹੱਬਤ ਤੇਰੀ ਤਾਓ ਸ਼ਹਿ ਚਰਣੀ। ਮੈਂ ਉੱਤੇ ਤਰ ਰਿਹਾ ਇਹਨਾਂ ਦੇ, ਮੈਂ ਇਹਨਾਂ ਦੇ ਅੰਦਰ ਖੁੱਭ ਨਹੀਂ ਰਿਹਾ। ਬਸ ਤੇਰੀ ਪ੍ਰੀਤ ਹੈ ਤੇ ਬਸ ਮੈਨੂੰ ਤਾਂ ਇਹ ਲੱਗਦਾ ਮੈਂ ਤਰਿਆ ਜਾ ਰਿਹਾ। ਮੈਨੂੰ ਕੋਈ ਮਤਲਬ ਮੇਰਾ ਹੱਥ ਪੈਰ ਨਹੀਂ ਮੈਂ ਮਾਰ ਰਿਹਾ, ਆਪਣੇ ਆਪ ਤਰਿਆ ਜਾ ਰਿਹਾ। ਸਭ ਕੁਝ ਥੋਕ ਦੇ ਵਿੱਚ ਆਪੇ ਹੀ ਆਈ ਜਾ ਰਿਹਾ ਬਸ। ਤੇ ਇਹ ਜਿਹੜਾ ਹੈ ਨਾ ਕਿਉਂਕਿ ਇਹਨਾਂ ਦੇ ਉੱਤੇ ਰਹਿਣਾ, ਇਹਨਾਂ ਨੇ ਆਪਣੇ ਨਾਲ ਰਹਿਣਾ, ਇਹ ਨਾਲ ਹੀ ਹੈਗੇ ਸਾਰੇ ਦੇ ਸਾਰੇ। ਕਿਉਂਕਿ ਇਹ ਜਿਹੜੇ ਹੈਗੇ ਮਿਨੀਮਮ ਦੇ ਉੱਤੇ ਰਹਿਣਗੇ। ਜ਼ਰੂਰਤ ਇਹਨਾਂ ਦੇ ਇਹ ਨਾਲ ਇਹਨਾਂ ਦੇ ਵਿੱਚ ਜਿਹੜੀ ਹੈ ਆਪਣੀ ਜਿਹੜੀ ਹੈਗੀ ਆ ਆਪਣੀ ਖਿੱਚ ਇਹਨਾਂ ਦੇ ਨਾਲ ਨਹੀਂ ਬਣਦੀ। ਬਸ ਨਦੀ ਤਰਨ ਹਾਂਜੀ ਅਗਲਾ ਬੰਦ ਸੈਂਟੀਫਾਈ ਕਰ ਦੂਗਾ ਜੀ। ਹਾਂਜੀ ਤੌ ਸ਼ਹਿ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਕਹਿੰਦੇ ਤੇਰੇ ਚਰਨਾਂ ਦੇ ਨਾਲ, ਸ਼ਬਦ ਰੂਪੀ ਚਰਨਾਂ ਦੇ ਨਾਲ ਮੇਰਾ ਹੀਰਾ ਜਿਹੜਾ ਹੈਗਾ ਮੇਰੀ ਆਤਮਾ ਜਿਹੜੀ ਹੈਗੀ ਮੇਰਾ ਉਹ ਸੀਤਾ ਪਿਆ। ਮੇਰੀ ਸੁਰਤ ਜਿਹੜੀ ਹੈਗੀ ਤੇਰੇ ਚਰਨਾਂ ਦੇ ਵਿੱਚ ਜਿਹੜੀ ਹੈ ਜੁੜੀ ਹੋਈ ਆ। ਹਰ ਨਾਨਕ ਤੁਲਹਾ ਬੇੜੀ। ਆਹੀ ਜਿਹੜੀ ਹੈ ਤੁਲਹਾ ਜਿਹੜੀ ਬਣਾਉਂਦੇ ਆ, ਜਿਹੜੀ ਅੱਲਾਂ ਤੋਂ ਜਿਹੜੀ ਬਣਾ ਲੈਂਦੇ ਆ, ਲੱਕੜਾਂ ਦੀ ਬਣਾ ਲੈਂਦੇ ਆ। ਅਤੇ ਇੱਕ ਜਿਹੜੀ ਹੈਗੀ ਨਾਵ ਜਿਹੜੀ ਹੁੰਦੀ ਆ, ਕਹਿੰਦੇ ਇਹੀ ਜਿਹੜੀ ਹੈਗੀ ਤੁਲਹਾ ਬੇੜੀ ਹੈਗੀ ਆ ਭਾਈ। ਇਹ ਮੁਹੱਬਤ ਜਿਹੜੀ ਹੈਗੀ ਇਹ ਤੁਲਹਾ ਅਤੇ ਬੇੜੀ ਹੈਗੀ ਆ। ਮਹੱਲਾ ਪੰਜਵਾਂ। ਜਿਨ੍ਹਾਂ ਦੇ ਸੰਦੜਿਆਂ
ਦੁਰਮਤ ਵੰਜੈ ਮਿੱਤਰ ਅਸਾਡੜੇ ਸਈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਹੁਣ ਸੰਦੜਿਆਂ ਲਿਖਿਆ ਦਰਸ਼ਨ ਕਰਨ ਦੇ ਨਾਲ, ਹੁਣ ਇਹ ਦਰਸ਼ਨ ਕਿਹੋ ਜਿਹੇ ਦਰਸ਼ਨ ਹੈਗੇ ਭਾਈ? ਉਹਨਾਂ ਤੋਂ, ਉਹਨਾਂ ਦੇ ਅਨੁਸਾਰ ਜਿਹੜਾ ਹੈਗਾ, ਉਹਨਾਂ ਤੋਂ ਗਿਆਨ ਲੈਣ ਦੇ ਨਾਲ, ਉਹਨਾਂ ਦੀ ਮੱਤ ਲੈਣ ਦੇ ਨਾਲ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਕਿਉਂਕਿ ਦੁਰਮਤ ਤੇ ਸੁਮਤ ਕਹਿ ਲਓ, ਉਹ ਮਿਲਣੀ ਹੈ ਗੁਰਮਤ ਤੋਂ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਗੁਰਮਤ ਆ ਗਈ ਤੇ ਦੁਰਮਤ ਆਟੋਮੈਟਿਕਲੀ ਚਲੀ ਜਾਏਗੀ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸਈ, ਕਹਿੰਦੇ ਉਹੀ ਸਾਡੇ ਮਿੱਤਰ ਹੈਗੇ। ਹਉ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ, ਕਹਿੰਦੇ ਮੈਂ ਤਾਂ ਸਾਰਾ ਸੰਸਾਰ ਜਿਹੜਾ ਹੈਗਾ, ਸਾਰਾ ਸੰਸਾਰ ਲੱਭ ਕੇ ਦੇਖ ਲਿਆ ਭਾਈ, ਉਹ ਤਾਂ ਬਹੁਤ ਹੀ ਵਿਰਲੇ ਹੈਗੇ, ਟਾਵੇਂ ਹੈਗੇ, ਕੋਈ ਹੈਗੇ। ਪਰ ਕਹਿੰਦੇ ਹੈ ਜ਼ਰੂਰ, ਹੈ ਜ਼ਰੂਰ, ਬਿਲਕੁਲ ਹੈ ਜ਼ਰੂਰ, ਬਿਲਕੁਲ ਹੈ ਜ਼ਰੂਰ। ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਦੇਖੋ ਕਿਸ ਤਰ੍ਹਾਂ ਸ਼ਲੋਕ ਤੇ ਪੌੜੀ ਇੰਟਰਲਿੰਕ ਹੈਗੇ ਇੱਕ ਦੂਸਰੇ ਦੇ ਨਾਲ, ਸੇਮ ਦੀ ਸੇਮ ਗੱਲ ਇੱਧਰ ਹੋ ਰਹੀ ਹੈ। ਕਹਿੰਦੇ ਉਹ ਮਿੱਤਰ ਜਿਹੜੇ ਹੈਗੇ ਉਹਦੇ ਨਾਲ ਤਾਂ ਤੇਰੇ ਨਾਲ ਤੂੰ ਚਿੱਤ ਆ ਜਾਣਾ ਆ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠੀਆਂ। ਆ ਦੇਖੋ ਭਗਤ ਨਹੀਂ ਲਿਖਿਆ, ਭਗਤਾਂ ਲਿਖਿਆ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠੀਆਂ। ਨਹੀਂ ਤਾਂ ਫਿਰ ਸੇਧ ਕਿੱਥੋਂ ਮਿਲੇਗੀ ਭਾਈ, ਜੇ ਆ ਗਿਆਨ ਨਹੀਂ ਹੋਏਗਾ। ਇਸ ਆ ਜਿਹੜੀ ਹੈਗੀ ਆ ਆਪਾਂ ਨੂੰ ਜਿਹੜੀ ਹੈਗੀ ਹੈ ਪ੍ਰੀਤ ਪਾਉਣ ਵਾਲਾ ਕੋਈ ਹੋਏਗਾ ਹੀ ਨਹੀਂ, ਤੇ ਕਿਵੇਂ ਪ੍ਰੀਤ ਪੈ ਜਾਏਗੀ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠੀਆਂ, ਮਨ ਕੀ ਕਟੀਏ ਮੈਲ ਸਾਧ ਸੰਗ ਉੱਠਿਆ। ਆ ਸਾਧ ਸੰਗ ਹੈ ਭਾਈ, ਕਹਿੰਦੇ ਮਨ ਦੀ ਮੈਲ ਕੱਟ ਜਾਂਦੀ ਹੈ ਭਾਈ। ਮਨ ਕੀ ਮੈਲ, ਮਨ ਕੀ ਕਟੀਏ ਮੈਲ। ਫਿਰ ਇੱਥੇ ਆਪਾਂ ਫਿਰ ਜਿਹੜੇ ਹੈਗੇ ਗੁਰਬਾਣੀ ਦੀ ਉਚਾਈ ਮੈਂ ਨਹੀਂ ਪੜ੍ਹ ਸਕਿਆ ਭਾਈ, ਮੈਂ ਤਾਂ ਕਲੀਅਰ ਐਕਸੈਪਟ ਕਰਦਾ। ਮਨ ਕੀ ਕਟੀਏ ਮੈਲ, ਕਹਿੰਦੇ ਜੇ ਤੂੰ ਇਹਨਾਂ ਦਾ ਭਗਤਾਂ ਦਾ ਸੰਗ ਕਰੇਗਾ ਤੇ ਤੇਰੀ ਮੈਲ ਕੱਟ ਜਾਏਗੀ। ਮਨ ਕੀ ਕਟੀਏ ਇੰਸਟਰਕਸ਼ਨ ਹੈ ਆਪਾਂ ਨੂੰ, ਬਈ ਆਹ ਕੰਮ ਕਰ ਲਓ, ਮਨ ਦੀ ਮੈਲ ਕਟੋ ਲਓ। ਮਨ ਕੀ ਕਟੀਏ ਮੈਲ, ਇਹਦੇ ਵਾਸਤੇ ਆਪਾਂ ਨੂੰ ਮਨੁੱਖੀ ਜੂਨ ਮਿਲੀ ਹੈ। ਹੁਣ ਕੱਟਾ ਲਿਖਿਆ ਹੁੰਦਾ ਤੇ ਜਿਹੜਾ ਹੈਗਾ ਬਈ ਜਿਨ੍ਹਾਂ ਦੀ ਮੈਲ ਕੱਟ ਜਾਂਦੀ ਹੈ ਉਹ ਹੋਏਗਾ। ਇਹ ਕਹਿੰਦੇ ਇਹ ਇੰਸਟਰਕਸ਼ਨ ਹੈ ਆਪਾਂ ਨੂੰ, ਹੁਕਮ ਹੈਗਾ ਬਈ ਆਹ ਕੰਮ ਕਰਨਾ। ਮਨ ਕੀ ਕਟੀਏ ਮੈਲ, ਇਸ ਵਾਸਤੇ ਜਨਮ ਮਿਲਿਆ ਹੋਇਆ ਹੈ ਭਾਈ। ਸਾਧ ਸੰਗ ਉੱਠਿਆ, ਸਾਧ ਸੰਗਤ ਦੇ ਵਿੱਚ ਜਿਹੜੇ ਹੈਗੇ ਆਪਾਂ ਜਾਵਾਂਗੇ ਤਾਂ ਜਿਹੜਾ ਹੈਗਾ, ਜੇ ਸਾਧ ਸੰਗਤ ਅੰਦਰ ਜਿਹੜੇ ਆਪਾਂ ਨੂੰ ਸਾਧ ਸੰਗਤ ਮਿਲ ਗਈ ਤੇ ਆਪਾਂ ਜਿਹੜੇ ਹੈਗੇ ਆ ਮੈਲ ਕੱਟੀ ਜਾਏਗੀ। ਆਪਾਂ ਨੂੰ ਇਹ ਇੰਸਟਰਕਸ਼ਨ ਹੈ ਬਈ। ਮਨ ਦੀ ਮੈਲ ਵੀਰ ਜੀ, ਜਿਹੜੀ ਦਵੈਸ਼, ਰਾਗ, ਮੋਹ, ਇਹ ਸਾਰੀਆਂ ਮਨ ਦੀਆਂ ਮੈਲਾਂ ਨੇ, ਸਾਰੀਆਂ ਜਿੰਨੇ ਮਨ ਦੇ ਵਿਕਾਰ ਨੇ, ਬਿਲਕੁਲ ਜਿਹੜੇ ਸੰਸਕਾਰ ਨੇ, ਇਹੀ ਮਨ ਦੀ ਮੈਲ ਹੈ। ਬਿਲਕੁਲ ਸਹੀ ਹੈ। ਇਹ ਕਾਰਨ ਸਰੀਰ ਜਿਹੜਾ ਹੈਗਾ ਇਹੀ ਮਨ ਦੀ ਮੈਲ ਹੈ। ਇਹ ਦੁਨੀਆ ਦੇ ਵਿੱਚ ਆਪਣੇ ਜਿਹੜੀਆਂ ਇੱਛਾਵਾਂ ਹੈਗੀਆਂ, ਜੋ ਆਸਾ ਮਨਸਾ ਹੈਗੀ, ਇਹੀ ਮਨ ਦੀ ਮੈਲ ਹੈ। ਸਾਰਾ ਕੁਝ ਹਾਂ, ਇਹਦੇ ਇਸੇ ਦੇ ਵਿੱਚੋਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਜਿਹੜੇ ਵਿਚਾਰ ਤਾਂ ਇੱਥੋਂ ਹੀ ਉੱਠ ਰਹੇ ਆ ਨਾ, ਇਹੀ ਮੈਲ ਤੋਂ ਹੀ ਵਿਚਾਰ ਉੱਠ ਰਹੇ ਆਪਣੇ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕਟੀਏ ਮੈਲ ਸਾਧ ਸੰਗ ਉੱਠਿਆ। ਜਨਮ ਮਰਨ ਪਾਉ ਕਟੀਐ, ਜਨ ਕਾ ਸ਼ਬਦ ਜਪ। ਲੋਕ ਕਲੀਅਰ ਕੱਟ ਦੱਸਤਾ ਭਾਈ। ਕਹਿੰਦੇ ਭਾਈ ਜਨਮ ਮਰਨ ਦਾ ਜੇ ਤੂੰ ਡਰ ਜਿਹੜਾ ਹੈਗਾ ਘਟਾਉਣਾ ਹੈਗਾ, ਕੱਟ ਲਾ ਤੇ ਫਿਰ ਤੂੰ ਜਿਹੜਾ ਹੈਗਾ ਸ਼ਬਦ ਦਾ ਜਪ ਕਰਨਾ ਪਊਗਾ ਤੈਨੂੰ। ਜੋ ਇਹ ਬ੍ਰਹਮ ਗਿਆਨ ਕਹਿ ਰਿਹਾ ਹੈ, ਜੋ ਇਹ ਭਗਤ ਕਹਿ ਰਹੇ ਹੈ, ਜੋ ਇਹ ਸਾਧੂ ਕਹਿ ਰਹੇ ਹੈ। ਜਨਮ ਮਰਨ ਪਾਉ ਕਟੀਏ, ਜਨ ਕਾ ਸ਼ਬਦ ਜਪ। ਬੰਧਨ ਖੋਲਨ ਸੰਤ, ਦੂਤ ਸਭ ਜਾਏ ਛਪ। ਦੇਖ ਲਓ, ਇਹ ਇੱਥੋਂ ਹੀ ਸਟਾਰਟਿੰਗ ਜਰਨੀ ਤਾਂ ਇੱਥੋਂ ਹੀ ਹੋਣੀ ਆ ਭਾਈ। ਇਹ ਗੁਰੂ ਦੀ ਮੱਤ ਤੋਂ, ਗੁਰੂ ਦੇ ਗਿਆਨ ਤੋਂ ਹੀ ਹੋਣੀ ਆ। ਇਹ ਸੰਤਾਂ ਨੇ ਹੀ ਬੰਧਨ ਖੋਲ੍ਹਣੇ ਆ, ਇਹਨਾਂ ਨੇ ਹੀ ਦੱਸਣਾ ਹੈ ਭਾਈ ਤੂੰ ਤਾਂ ਫਸਿਆ ਪਿਆ। ਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਤੇਰੇ ਅੰਦਰ ਜਿਹੜੀਆਂ ਵਿਚਾਰ ਹੈਗੇ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਇਹ ਬੰਧਨ ਹੈਗੇ ਆ। ਤਾਂ ਜਿਹੜੇ ਦੂਤ ਜਿਹੜੇ ਹੈਗੇ ਛੁਪ ਜਾਂਦੇ ਆ ਭਾਈ, ਟਿਕ ਜਾਂਦੇ ਆ। ਬੰਧਨ ਖੋਲਣ ਸੰਤ, ਦੂਤ ਸਭ ਜਾਏ ਛਪ। ਤਿਸਿਓ ਲਾਇਨ ਰੰਗ, ਜਿਸ ਦੀ ਸਭ ਧਾਰੀਆ। ਉਸ ਮਾਲਕ ਪਰਮਾਤਮਾ ਦੇ ਨਾਲ ਹੁਣ ਰੰਗ ਲਿਖਤਾ, ਪ੍ਰੀਤ ਹੈਗੀ।
ਉਸ ਮਾਲਕ ਦੇ ਨਾਲ ਪ੍ਰੀਤ ਲਾ ਦੇਣੀ ਹੈ। ਇਹ ਸੰਤਾਂ ਨੇ, ਇਹ ਭਗਤਾਂ ਨੇ, ਇਹ ਬ੍ਰਹਮ ਗਿਆਨੀਆਂ ਨੇ, ਇਸ ਗੁਰੂ ਦੀ ਮੱਤ ਨੇ। ਤਿਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ, ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ। ਉਹ ਮਾਲਕ ਪਰਮਾਤਮਾ ਅਗਮ ਹੈ, ਅਪਾਰ ਹੈਗਾ, ਉਹਦਾ ਸਭ ਤੋਂ ਉੱਚਾ ਥਾਨ ਹੈਗਾ। ਉਸ ਜਗ੍ਹਾ 'ਤੇ ਚੌਥੇ ਪਦ ਦੇ ਵਿੱਚ ਆਪਾਂ ਨੂੰ ਲੈ ਕੇ ਜਾਏਗੀ ਇਹ ਬਾਣੀ। ਇਹ ਤਾਂ ਸੁਰਖਾਬ ਦੇ ਪਰ ਹੈਗੇ ਭਾਈ, ਇਹਨੇ ਉਸ ਦੇਸ਼ 'ਚ ਲੈ ਜਾਣਾ। ਉੱਚੀ ਉੱਚਾ ਥਾਨ ਅਗਮ ਅਪਾਰੀਆ, ਰਹਿਣ ਦਿਨਸ ਕਰ ਜੋੜ, ਸਾਸ ਸਾਸ ਧਿਆਈਐ। ਕਹਿੰਦੇ ਬਸ ਆਹ ਚੀਜ਼ ਕਰ ਲਓ ਭਾਈ, ਰਾਤ ਦਿਨ ਜਿਹੜਾ ਹੈਗਾ ਪ੍ਰਾਇਰਟੀ ਇਸ ਕੰਮ ਨੂੰ ਦੇ ਦਿਓ ਭਾਈ। ਬਿਲਕੁਲ ਨਿਮਰਤਾ ਧਾਰਨ ਕਰਕੇ, ਨਿਮਰਤਾ ਦੇ ਨਾਲ ਜਿਹੜਾ ਹੈਗਾ, ਔਰ ਆਪਣੀ ਬੁੱਧੀ ਔਰ ਆਪਣੀ ਸੁਰਤ ਜਿਹੜੀ ਹੈਗੀ ਆ ਇਹਦੇ ਨਾਲ ਅੰਦਰ ਮਨ ਦੇ ਵਿੱਚ ਵੜੀਏ, ਉਸ ਮਾਲਕ ਪਰਮਾਤਮਾ ਦਾ ਧਿਆਨ ਕਰੀਏ। ਰਹਿਣ ਦਿਨਸ ਕਰ ਜੋੜ, ਸਾਸ ਸਾਸ ਧਿਆਈਐ, ਜਾਂ ਆਪੇ ਹੋਏ ਦਿਆਲ, ਤਾਂ ਭਗਤ ਸੰਗ ਪਾਈਐ। ਔਰ ਇਹ ਭਗਤਾਂ ਦਾ ਸੰਗ ਜਿਹੜਾ ਹੈ, ਗੁਰੂ ਦੀ ਮੱਤ ਜਿਹੜੀ ਹੈਗੀ ਆ, ਇਹ ਵੀ ਆਪਾਂ ਨੂੰ ਤਾਂ ਹੀ ਮਿਲਦੀ ਆ ਜੇ ਆਪਣੇ ਅੰਦਰ ਇੱਛਾ ਹੋਏ ਔਰ ਆਪਾਂ ਮਾਲਕ ਦੇ ਕੋਲ ਪੁਕਾਰ ਕਰੀਏ, ਤਾਂ ਉਹ ਦਿਆਲੂ ਹੋ ਜਾਂਦਾ ਹੈ, ਤਾਂ ਉਹ ਇਹ ਭਗਤਾਂ ਦਾ ਸੰਗ ਦੇ ਦਿੰਦਾ ਹੈ, ਇਹ ਸਾਧ ਸੰਗਤ ਦੇ ਦਿੰਦਾ ਹੈ। ਜਾਂ ਆਪੇ ਹੋਏ ਦਿਆਲ, ਤਾਂ ਭਗਤ ਸੰਗ ਪਾਈਐ। ਸ਼ਲੋਕ ਮਹਲਾ ਪੰਜਵਾਂ। ਬਾਰ ਵਿਡਾਨੜੈ, ਹੁਮਸ ਧੁਮਸ ਕੂਕਾਂ ਪਈਆਂ ਰਾਹੀ, ਤਉ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਇਹ ਬਨ ਹੈਗਾ ਭਾਈ, ਬਿਡਾਨੜਾ ਬਾਰ ਹੈਗਾ। ਇਹ ਬਿਡਾਨੜਾ ਮਤਲਬ ਬੇਗਾਨਾ। ਇੱਥੇ ਆਪਾਂ ਪਰਮਾਨੈਂਟ ਨਹੀਂ ਹੈਗੇ ਇਸ ਸੰਸਾਰ ਦੇ ਵਿੱਚ। ਇਹ ਸਰੀਰ ਮਿਲਿਆ ਹੋਇਆ, ਇਹ ਜੋ ਸੰਬੰਧੀ ਸਾਖ ਸੰਬੰਧੀ ਮਿਲੇ ਹੋਏ ਆ, ਇਹ ਘਰ ਵਾਲੇ ਬੱਚੇ, ਹੋਰ ਦੁਨੀਆ ਦੇ ਜਿਹੜੇ ਹੈਗੇ ਸਾਥੀ, ਇਹ ਸਾਰੇ ਜਿਹੜੇ ਹੈਗੇ ਇਹ ਬਾਹਰ ਬਿਡਾਨੜੇ ਹੈਗੇ। ਆਪਾਂ ਇਹ ਟੈਂਪਰੇਰੀ ਆਪਾਂ ਜਿਹੜੇ ਹੈਗੇ ਯਾਤਰਾ ਦੇ ਉੱਤੇ ਹੈਗੇ ਆ। ਹੁਮਸ ਧੁਮਸ, ਇੱਥੇ ਬੜੀ ਜਿਹੜੀ ਹੈਗੀ ਆ, ਹੁਮਸ ਕਹਿੰਦੇ ਆ ਬੜਾ ਜੀ, ਬਿਲਕੁਲ ਹਵਾ ਹੀ ਨਹੀਂ ਚੱਲ ਰਹੀ, ਇੰਨੀ ਜਿਹੜੀ ਹੈਗੀ ਹੁਮਸ ਹੋ ਰਹੀ ਹੈ। ਹੁਮਸ ਧੁਮਸ ਜਿਹੜੀ ਹੈਗੀ ਆ, ਇਹ ਸ਼ੋਰ ਸ਼ਰਾਬਾ ਜਿਹੜਾ ਹੈਗਾ, ਔਰ ਨਾਲੇ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਨੂੰ ਸੇਕ ਲੱਗ ਰਿਹਾ ਹੈ। ਇਹ ਜਿਹੜੀ ਹੈਗੀ ਆ ਤ੍ਰਿਸ਼ਨਾ ਦੀ ਅੱਗ। ਬਾਹਰ ਵਿਡਾਨੜੇ ਹੁਮਸ ਧੁਮਸ, ਕੂਕਾਂ ਪਈਆਂ ਰਾਹੀ। ਦੇਖ ਲਓ, ਕਹਿੰਦੇ ਕੂਕਾਂ ਪੈ ਰਹੀਆਂ, ਲੋਕੀ ਜਿਹੜੇ ਖੁਸ਼ ਨਹੀਂ ਹੈਗੇ, ਕੂਕ ਰਹੇ ਜਿਸ ਤਰ੍ਹਾਂ ਕੋਈ ਜਿਹੜਾ ਦੁਖੀ ਹੁੰਦਾ ਇਨਸਾਨ। ਰਾਹੀ ਕਹਿੰਦੇ ਯਾਤਰੂ। ਤਉ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਜਿਨ੍ਹਾਂ ਦੀ ਪ੍ਰੀਤ ਉਸ ਮਾਲਕ ਪਰਮਾਤਮਾ ਦੇ ਨਾਲ ਲੱਗ ਜਾਂਦੀ ਆ। ਦੇਖੋ ਪ੍ਰੀਤ ਤੇ ਹੀ ਚੱਲ ਰਹੇ ਆ, ਜਿਹੜੇ ਪ੍ਰੀਤ ਤੇ ਹੀ ਜਿਹੜੀ ਹੈਗੀਆਂ, ਇਹ ਆਹ ਜਿਹੜੀਆਂ ਪੌੜੀਆਂ ਹੈਗੀਆਂ ਪ੍ਰੀਤ ਦੇ ਨਾਲ ਹੀ ਚੱਲ ਰਹੀਆਂ ਸਾਰੀਆਂ। ਤਉ ਸ਼ਹਿ ਸੇਤੀ ਲਗੜੀ ਡੋਰੀ, ਕਹਿੰਦੇ ਤੇਰੇ ਨਾਲ ਜਿਨ੍ਹਾਂ ਦੀ ਪ੍ਰੀਤ ਪੈ ਜਾਂਦੀ ਆ, ਤੇ ਉਹ ਤਾਂ ਕਹਿੰਦੇ ਆ ਇਹ ਬਾਹਰ ਵਿਡਾਨੜੇ, ਇੱਥੇ ਜਿਹੜੇ ਦੁਨੀਆ ਦੇ ਵਿੱਚ ਸੰਸਾਰ ਸਮੁੰਦਰ ਜਿਹੜਾ ਆਨੰਦ ਦੇ ਨਾਲ ਹੀ ਕਹਿੰਦੇ ਆ ਇਹਦੇ ਵਿੱਚੋਂ ਦੀ ਲੰਘ ਜਾਂਦੇ ਆ, ਕਹਿੰਦੇ ਗਾ ਲੈਂਦੇ, ਕਹਿੰਦੇ ਇਹ ਜਿਹੜਾ ਹੈਗਾ ਉਹਨਾਂ ਨੂੰ ਕੋਈ ਰੁਕਾਵਟ ਹੀ ਨਹੀਂ ਹੁੰਦੀ। ਤਉ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਇਹ ਦਵਿੰਦਰ ਸਿੰਘ ਜੀ ਦੇਖ ਲਓ, ਤੁਹਾਡੀ ਗੱਲ ਤੋਂ ਜਿਹੜੀ ਹੈਗੀ ਪੂਰੀ ਬਾਣੀ ਜਿਹੜੀ ਹੈਗੀ ਉਸੇ ਤੇ ਚੱਲ ਰਹੀ ਆ। ਕਮਾਲ ਹੀ ਹੋਈ ਪਈ ਹੈ ਜੀ, ਕਮਾਲ ਹੀ ਹੋਈ ਪਈ ਹੈ। ਮਹੱਲਾ ਪੰਜਵਾਂ। ਸੱਚੀ ਬੈਸਕ। ਬਿਲਕੁਲ ਠੀਕ ਹੈ, ਸ਼ੁਰੂਆਤ ਜਿੱਤੋਂ ਹੋਈ ਉੱਥੇ ਹੀ ਘੁੰਮ ਰਹੇ। ਹਾਂ, ਸੱਚੀ ਬੈਸਕ ਤਿਨਹਾ ਸੰਗ, ਜਿਨ ਸੰਗ ਜਪੀਏ ਨਾਉ। ਦੇਖੋ ਮਾਲਕ ਪਰਮਾਤਮਾ ਨੇ, ਦੇਖੋ ਕੋਈ ਇਸ ਤਰ੍ਹਾਂ ਦਾ ਕੋਈ ਮੇਰੇ ਅੰਦਰ ਤਾਂ ਕਦੀ ਮੈਂ ਇਹਨਾਂ ਨਾਲ ਗੱਲ ਹੀ ਨਹੀਂ ਕੀਤੀ, ਪਹਿਲੀ ਵਾਰੀ ਗੱਲ ਕੀਤੀ ਆ। ਔਰ ਉਹ ਵੀ ਦੇਖੋ ਕਿਸ ਤਰ੍ਹਾਂ, ਦੇਖੋ ਪਿੱਛੋਂ ਮਾਲਕ ਪਰਮਾਤਮਾ ਜਿਹੜਾ ਹੈਗਾ ਘੁਮਾ ਰਿਹਾ ਹੈ ਗੁੱਡੀ। ਵਾਹ ਜੀ ਵਾਹ। ਮਹੱਲਾ ਪੰਜਵਾਂ। ਸੱਚੀ ਬੈਸਕ। ਹਾਂਜੀ ਬਿਲਕੁਲ। ਸੱਚੀ ਬੈਸਕ ਤਿਨਹਾ ਸੰਗੇ, ਜਿਨ ਸੰਗੇ ਜਪੀਏ ਨਾਉ। ਬਸ ਕਲੀਅਰ ਕੱਟ ਮਹਾਰਾਜ ਨੇ ਦੱਸ ਦਿੱਤਾ ਭਾਈ। ਦੇਖੋ ਤੁਹਾਡੀ ਮਰਜ਼ੀ ਹੈਗੀ ਆ ਭਾਈ, ਜੇ ਨਾਮ ਅਭਿਆਸੀਆਂ ਦੇ ਨਾਲ, ਸਤਸੰਗੀਆਂ ਦੇ ਨਾਲ, ਉਹਨਾਂ ਦੇ ਨਾਲ ਸਾਥ ਕਰ ਲਓ, ਅਤੇ ਮਰਜ਼ੀ ਆ ਤੁਹਾਡੀ ਜਿਹੜੀ ਹੈ। ਮਾਇਆਧਾਰੀਆਂ ਦੇ ਨਾਲ, ਦੁਨੀਆ ਦੇ ਨਾਲ, ਜਿਹੜੇ ਹੋਰ ਹਾ ਹਾ ਹੂ ਹੂ ਕਰਦੇ ਆ, ਉਹਨਾਂ ਦੇ ਨਾਲ
ਸਮਾਂ ਬਿਤਾ ਲਓ, ਮਰਜ਼ੀ ਤੁਹਾਡੀ ਹੈ। ਪਰ ਸੱਚੀ ਵੈਸਕ ਉਹਨਾਂ ਦੇ ਨਾਲ ਆ ਜਿਨ੍ਹਾਂ ਦੇ ਨਾਲ ਨਾਮ ਵਾਲੀ ਕੋਈ ਗੱਲ ਹੁੰਦੀ ਹੈ, ਰੱਬ ਵਾਲੀ ਗੱਲ ਹੁੰਦੀ ਹੈ, ਧਿਆਨ ਵਾਲੀ ਕੋਈ ਗੱਲ ਕਰਦੇ ਆ, ਉਹਨਾਂ ਦੇ ਨਾਲ ਸੱਚੀ ਵੈਸਕ ਹੈ। ਉਹਨਾਂ ਤੋਂ ਤੁਹਾਨੂੰ ਲਾਭ ਮਿਲ ਜਾਏਗਾ, ਨਹੀਂ ਤਾਂ ਫਿਰ ਜਿਹੜਾ ਹੈਗਾ ਨੁਕਸਾਨ ਦੇ ਵਿੱਚ ਚਲੇ ਜਾਓਗੇ। ਮਹੱਲਾ ਪੰਜਵਾਂ। ਸੱਚੀ ਵੈਸਕ ਤਿਨ੍ਹਾ ਸੰਗੇ ਜਿਨ ਸੰਗੇ ਜਪੀਏ ਨਾਉ, ਤਿਨੈ ਸੰਗ ਸੰਗ ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਆਉ। ਕਹਿੰਦੇ ਜਿਨ੍ਹਾਂ ਨੂੰ ਆਪਣਾ ਸਵਾਰਥ ਹੈ, ਜਿਨ੍ਹਾਂ ਦਾ ਆਪਣਾ ਕੋਈ ਮਕਸਦ ਹੈਗਾ, ਜਿਨ੍ਹਾਂ ਦਾ, ਕਹਿੰਦੇ ਉਹਨਾਂ ਦੇ ਨਾਲ ਸੰਗਤ ਕਰਨ ਦਾ ਫਾਇਦਾ ਕੀ ਹੈ ਪਿਆਰਿਆ ਤੈਨੂੰ। ਤਿਨੈ ਸੰਗ ਸੰਗ ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਆਉ। ਕਹਿੰਦੇ ਹੋਰ ਬਾਕੀ ਦੁਨੀਆ ਦੇ ਵਿੱਚ ਜਿਹੜੀ ਹੈਗੀ, ਦੁਨੀਆ ਦੇ ਵਿੱਚ ਸੰਗਤ ਕਰਦਾ ਹੈ ਦੁਨੀਆਦਾਰਾਂ ਦੀ, ਕਹਿੰਦੇ ਉਹਨਾਂ ਦਾ ਆਪਣਾ ਆਪਣਾ ਪ੍ਰਯੋਜਨ ਜਾਂ ਆਪਣਾ ਆਪਣਾ ਸਵਾਰਥ ਹੁੰਦਾ ਹੈ। ਪੌੜੀ। ਸਾ ਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ। ਕਹਿੰਦੇ ਉਹ ਵੇਲਾ ਪਰਵਾਨ ਆ ਭਾਈ, ਜੇ ਤੂੰ ਗੁਰੂ ਤੋਂ ਗਿਆਨ ਲੈ ਰਿਹਾ ਆ, ਗੁਰੂ ਦੀ ਮੱਤ ਤੇਰੇ ਅੰਦਰ ਆ ਰਹੀ ਆ, ਜੇ ਤੂੰ ਗੁਰੂ ਦੀ ਮੱਤ, ਗੁਰੂ ਨੂੰ ਵਿਚਾਰ ਰਿਹਾ ਆ, ਕਹਿੰਦੇ ਉਹ ਤੇਰਾ ਸਮਾਂ ਪਰਵਾਨ ਆ ਪਿਆਰਿਆ, ਉਹ ਪਰਵਾਨ ਆ, ਲੇਖੇ ਦੇ ਵਿੱਚ ਹੈ ਤੇਰਾ ਸਮਾਂ। ਉਹਨੇ ਤੈਨੂੰ ਚੇਂਜ ਕਰ ਦੇਣਾ ਹੈ, ਤੇਰੇ ਅੰਦਰ ਪਿਆਰ ਪੈਦਾ ਕਰ ਦੇਣਾ ਉਹਨੇ। ਸਾ ਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ, ਹੋਆ ਸਾਧੂ ਸੰਗ। ਹੁਣ ਇੱਥੇ ਸਤਿਗੁਰੂ ਦੁਬਾਰਾ ਲਿਖ ਦਿੰਦੇ, ਨਹੀਂ ਫਿਰ ਜਿਹੜਾ ਹੈਗਾ ਫਿਰ ਇੱਥੇ ਸਾਧੂ ਲਿਖ ਦਿੱਤਾ। ਹੋਆ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ, ਕਿ ਕਹਿੰਦੇ ਫਿਰ ਦੁੱਖ ਦੇ ਵਿੱਚ ਜਿਹੜਾ ਹੈਗਾ ਟੇਟੇ ਨਹੀਂ ਚੜੇਗਾ ਭਾਈ ਦੁੱਖਾਂ ਦੇ। ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ। ਨਿਹਚਲ ਸਥਾਨ ਮਿਲ ਗਿਆ ਭਾਈ, ਫਿਰ ਗਰਭ ਜੂਨ ਦੇ ਵਿੱਚ ਨਹੀਂ ਇਨਸਾਨ ਜਾਂਦਾ, ਜੂਨਾਂ ਦੇ ਵਿੱਚ ਨਹੀਂ ਜਾਂਦਾ। ਨਿਹਚਲ ਸਥਾਨ ਮਿਲ ਗਿਆ, ਉਹ ਮਾਲਕ ਪਰਮਾਤਮਾ ਦੇ ਨਾਲ ਬੂੰਦ ਸਾਗਰ ਚਲੀ ਗਈ। ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ, ਔਰ ਉਹਨੂੰ ਉਹ ਮਾਲਕ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈਗਾ ਨਜ਼ਰ ਆ ਜਾਂਦਾ ਹੈ ਉਸ ਨੂੰ ਹਰ ਪਾਸੇ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਉਹਨੂੰ ਤਤ ਗਿਆਨ ਮਿਲ ਗਿਆ, ਸਾਧੂ ਸੰਗ ਹੋ ਗਿਆ ਉਹਦਾ, ਸਤਿਗੁਰੂ ਮਿਲ ਗਿਆ ਉਹਨੂੰ, ਉਹਦੇ ਨਾਲ ਤਤ ਗਿਆਨ ਦਿੱਤਾ ਉਹਨਾਂ ਨੇ ਭਾਈ। ਆਇਆ ਆ ਲੈ, ਉਹਦੇ ਨਾਲ ਤਤ ਗਿਆਨ ਕੀ ਹੈਗਾ? ਧਿਆਨ ਸਿਮਰਨ। ਤਤ ਗਿਆਨ ਲਾਏ ਧਿਆਨ, ਉਹ ਮਾਲਕ ਪਰਮਾਤਮਾ ਦਾ, ਪਰਮਾਤਮਾ ਦੀ ਖਿੱਚ, ਪਰਮਾਤਮਾ ਦਾ ਧਿਆਨ, ਪਰਮਾਤਮਾ ਦਾ ਸਿਮਰਨ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਬਾਕੀ ਜਿਹੜੀ ਦੁਨੀਆ ਤੋਂ ਜਿਹੜੀ ਹੈਗੀ ਆ ਉਸ ਚੋਂ ਦ੍ਰਿਸ਼ਟੀ ਸਮੇਟ ਲਈ। ਦ੍ਰਿਸ਼ਟੀ ਸਮੇਟਣੀ ਕੀ ਹੈ? ਉਸ ਤੋਂ ਜਿਹੜਾ ਹੈਗਾ ਉਸ ਦੇ ਵਿੱਚ ਆਪਣੇ ਸਵਾਸ ਲਾਉਣੇ ਬੰਦ ਕਰਤੇ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਜੇ ਦ੍ਰਿਸ਼ਟ ਸਮੇਟ ਲਵਾਂਗੇ ਤੇ ਉੱਥੋਂ ਜਿਹੜੀ ਹੈਗੀ ਜਿਹੜੀ ਕਾਲਕ ਜਿਹੜੀ ਲੱਗਣੀ ਸੀਗੀ ਉਹ ਵੀ ਘਟ ਜਾਏਗੀ ਭਾਈ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਸਭੋ ਜਪੀਏ ਜਾਪ ਜੇ ਮੁਖੋਂ ਬੁਲੇਟਿਆ। ਕਹਿੰਦੇ ਸਾਰੇ ਜਾਪ ਹੋ ਗਏ ਭਾਈ, ਸਾਰਾ ਕੁਛ ਹੋ ਗਿਆ ਇਹ ਭਗਤੀ ਮਾਰਗ ਦੇ ਉੱਤੇ। ਜੇ ਪਰਮੇਸ਼ਰ ਦਾ ਧਿਆਨ ਸਿਮਰਨ ਕਰ ਦਿੱਤਾ, ਜੇ ਜਪਣਾ ਸ਼ੁਰੂ ਕਰਤਾ, ਸਮਰਨ ਕਰਨਾ ਸ਼ੁਰੂ ਕਰਤਾ ਤੇ ਧਿਆਨ ਵੀ ਲੱਗ ਜਾਏਗਾ। ਬੁਲੇਟਿਆ ਮਤਲਬ ਬੋਲਣਾ। ਸਭੋ ਜਪੀਏ ਜਾਪ ਜੇ ਮੁਖੋਂ ਬੁਲੇਟਿਆ। ਜੇ ਹੁਕਮ ਹੈ ਬੁੱਝ ਨਿਹਾਲ ਸੁਖ ਸੁਖੇਟਿਆ। ਆਹੀ ਹੁਕਮ ਹੈਗਾ ਭਾਈ, ਬੁੱਝ ਲਵਾਂਗੇ ਨਿਹਾਲ ਹੋ ਜਾਵਾਂਗੇ, ਸੁੱਖਾਂ ਦੇ ਵਿੱਚ ਜਿਹੜਾ ਹੈ ਜੀਵਨ ਬਤੀਤ ਹੋ ਜਾਏਗਾ। ਇਹ ਸੁੱਖ ਖੱਟੇ ਜਾਂਦੇ ਆ ਭਾਈ। ਪਰਖੇ ਖਜ਼ਾਨੇ ਪਾਏ ਸੇ ਬੌੜ ਨਾ ਖੋਟਿਆ। ਔਰ ਜਿਨ੍ਹਾਂ ਨੂੰ ਮਾਲਕ ਪਰਮਾਤਮਾ ਪਰਖ ਕੇ ਆਪਣੇ ਖਜ਼ਾਨੇ 'ਚ ਪਾ ਲੈਂਦਾ ਹੈ, ਦੁਬਾਰਾ ਫਿਰ ਜਿਹੜਾ ਹੈਗਾ ਉਹ ਖੋਟੇ ਨਹੀਂ ਹੁੰਦੇ। ਇਹ ਦੁਬਾਰਾ ਜਿਹੜੀ ਹੈਗੀ ਉਹਨਾਂ ਨੂੰ ਮੈਲ ਨਹੀਂ ਲੱਗਦੀ ਭਾਈ, ਜਿਨ੍ਹਾਂ ਨੇ ਇੱਕ ਵਾਰੀ ਗੇਮ ਜਿੱਤ ਲਈ। ਸ਼ਲੋਕ। ਵਿਛੋਹੇ ਜੰਬੂਰ ਖਵੇ। ਵੀਰ ਜੀ ਤਤ ਗਿਆਨ ਬ੍ਰਹਮ ਦਾ ਭੇਦ ਵੀ ਹੁੰਦਾ ਨਾ? ਤਤ ਗਿਆਨ ਸਾਰੇ ਬ੍ਰਹਮ ਦਾ ਆ ਜਿਹੜਾ ਹੈਗਾ ਦੇਖੋ, ਤਤ ਗਿਆਨ ਜਿਹੜਾ ਹੈਗਾ ਆ ਉਹਨਾਂ ਦਾ ਗਿਆਨ ਹੈਗਾ। ਜਿਹੜੇ ਬ੍ਰਹਮ ਗਿਆਨੀ ਹੈਗੇ ਆਪਣੇ ਕੋਲ, ਆਪਾਂ ਤਤ ਗਿਆਨ ਹੀ ਲੈ ਰਹੇ ਹਾਂ। ਹਾਂਜੀ, ਪੂਰੇ ਬ੍ਰਹਮ ਦਾ ਸ੍ਰਿਸ਼ਟੀ ਦਾ ਜਿਹੜਾ ਭੇਦ ਹੈ, ਜਿਹੜਾ ਮਤਲਬ ਤਤ ਗਿਆਨ ਹੈਗਾ ਵੀ ਆਪਾਂ ਜਿਹੜੇ ਹੈਗੇ ਮਾਲਕ ਪਰਮਾਤਮਾ ਨੂੰ ਮਿਲਣਾ ਹੈਗਾ, ਉਹਦਾ ਤਤ ਗਿਆਨ ਲੈਣਾ, ਉਹ ਆ ਤਤ ਗਿਆਨ ਮਾਲਕ ਪਰਮਾਤਮਾ। ਹਾਂ। ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ। ਨਹੀਂ, ਗਲਤ ਹੋ ਗਿਆ ਜੀ। ਵਿਛੋਹੇ ਜੰਬੂਰ ਖਵੇ ਨਾ ਵੰਜਨ
ਗਾਖੜੇ ਕਹਿੰਦੇ ਵਿਛੋਹੇ ਵਿਛੋਹਾ ਜਿਹੜਾ ਹੈਗਾ ਪਰਮਾਤਮਾ ਤੋਂ ਜੇ ਆਪਾਂ ਨਹੀਂ ਮਾਲਕ ਪਰਮਾਤਮਾ ਦਾ ਪਿਆਰ ਜਿਹੜੇ ਅੰਦਰ ਆਪਣੇ ਨਹੀਂ ਪੈਦਾ ਹੁੰਦਾ ਤੇ ਭਾਈ ਵਿਛੋਹੇ ਜੰਬੂਰ ਖਵੇ ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਕਹਿੰਦੇ ਭਾਈ ਇੰਨੇ ਜਿਹੜੇ ਹੈਗਾ ਵਿਛੋਹਾ ਜਿਹੜਾ ਹੈਗਾ ਮਾਲਕ ਪਰਮਾਤਮਾ ਤੋਂ ਵਿਛੋੜਾ ਜਿਹੜਾ ਹੈਗਾ ਜੰਬੂਰ ਵਾਂਗੂ ਜਿਹੜਾ ਦੁੱਖ ਦਿੰਦਾ ਹੈ ਕਹਿੰਦੇ ਸਿਹਾ ਨਹੀਂ ਜਾਂਦਾ ਬੜਾ ਹੀ ਜਿਹੜਾ ਹੈਗਾ ਗਾਖੜਾ ਹੈਗਾ ਬਹੁਤ ਹੀ ਜਿਹੜਾ ਭਿਆਨਕ ਦੁੱਖ ਕਰਨ ਵਾਲਾ ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਤਣੀ ਮਿਲਨ ਨਾਨਕ ਸੁਖ ਸਮੂਹ ਸੱਚ ਜੇ ਉਹ ਮਾਲਕ ਪਰਮਾਤਮਾ ਮਿਲ ਜਾਏ ਤੇ ਕਹਿੰਦੇ ਆ ਜੇ ਸੋ ਤਣੀ ਮਿਲਨ ਨਾਨਕ ਸੁਖ ਸਮੂਹ ਸੱਚ ਉਹ ਸੱਚ ਸਾਰੇ ਸੁੱਖ ਜਿਹੜੇ ਹੈਗੇ ਉਹ ਸੱਚੇ ਸੁੱਖ ਜਿਹੜੇ ਸਾਰੇ ਦੇ ਸਾਰੇ ਮਿਲ ਜਾਂਦੇ ਆ ਭਾਈ ਔਰ ਵਿਛੋੜਾ ਦੂਰ ਹੋ ਜਾਂਦਾ ਹੈ ਜਿਹੜਾ ਜੰਬੂਰ ਵਾਂਗੂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਵਿਛੋੜਾ ਕੀ ਹੁੰਦਾ ਵਿਛੋੜੇ ਦੇ ਨਾਲ ਇਨਸਾਨ ਜਿਹੜਾ ਹੈਗਾ ਉਹ ਬਰਦਾਸ਼ਤ ਤੋਂ ਬਾਹਰ ਹੈਗਾ ਵਿਛੋਹੇ ਜੰਬੂਰ ਕਵੇ ਜਿਵੇਂ ਜੰਬੂਰ ਦੇ ਨਾਲ ਫੜਦੇ ਆ ਉਸ ਤਰ੍ਹਾਂ ਜਿਹੜੀ ਹੈਗੀ ਅੰਦਰ ਜਿਹੜੀ ਹੈਗੀ ਖਿੱਚ ਹੁੰਦੀ ਹੈ ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਕਹਿੰਦੇ ਸਹਿ ਨਹੀਂ ਜਾਂਦੇ ਭਾਈ ਖਵੇ ਨਾ ਵੰਜਨ ਕਹਿੰਦੇ ਨਹੀਂ ਬਰਦਾਸ਼ਤ ਕੀਤੇ ਜਾਂਦੇ ਭਾਈ ਇਹ ਖਵੇ ਨਾ ਵੰਜਨ ਇਕੱਠੇ ਪੜ੍ਹਨਾ ਪਊਗਾ ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਕਹਿੰਦੇ ਬੜੇ ਜਿਹੜੇ ਹੈਗੇ ਦਰਦ ਦੇਣ ਵਾਲੇ ਹੈਗੇ ਵਿਛੋਹਾ ਤਾਂ ਇੱਕੋ ਹੀ ਆ ਮਾਲਕ ਪਰਮਾਤਮਾ ਤੋਂ ਕਹਿੰਦੇ ਜੰਬੂਰ ਵਾਂਗੂ ਜਿਹੜਾ ਹੈਗਾ ਇਹ ਜਿਹੜਾ ਦੁੱਖ ਦਿੰਦਾ ਹੈ ਖਵੇ ਨਾ ਵੰਜਣ ਕਹਿੰਦੇ ਸਹਾਰਿਆ ਨਹੀਂ ਜਾਂਦਾ ਗਾਖੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਗਾਖੜੇ ਮਤਲਬ ਉਹਨੂੰ ਐਡਰੈਸ ਕਰਕੇ ਕਹਿ ਰਹੇ ਤੂੰ ਬੜਾ ਗਾਖੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਦਰਦ ਦੇਣ ਵਾਲਾ ਹੈ ਜੇ ਸੋ ਧਣੀ ਮਿਲਣ ਜੇ ਉਹ ਮਾਲਕ ਪਰਮਾਤਮਾ ਮਿਲ ਜਾਏ ਨਾਨਕ ਸੁੱਖ ਸਮੂਹ ਸੱਚ ਕਹਿੰਦੇ ਸਾਰੇ ਦੇ ਸਾਰੇ ਸੁੱਖਾਂ ਦਾ ਸਮੂਹ ਸੱਚ ਜਿਹੜੇ ਸੱਚੇ ਸੁੱਖ ਜਿਹੜੇ ਹੈਗੇ ਉਹ ਪ੍ਰਾਪਤ ਹੋ ਜਾਣ ਵੀਰ ਜੀ ਸੱਚ ਦਾ ਇੱਥੇ ਮਤਲਬ ਅਸਲੀ ਨਹੀਂ ਹੋ ਸਕਦਾ ਅਸਲੀ ਸੁੱਖ ਅਸਲੀ ਸੁੱਖ ਤਾਂ ਸੱਚ ਫਿਰ ਪਰਮਾਤਮਾ ਦੇ ਨਾਲ ਹੀ ਹੈ ਨਾ ਉਹਦੇ ਨਾਲ ਸੁੱਖ ਤਾਂ ਉਸੇ ਦੇ ਨਾਲ ਮਿਲਣਾ ਹੈ ਆਪਾਂ ਨੂੰ ਸੱਚ ਤਾਂ ਉਹੀ ਮੈਂ ਕਹਿ ਰਿਹਾ ਸੀ ਕਿ ਇਹ ਸੁੱਖ ਨਹੀਂ ਮਿਲਣ ਜੇ ਉਹ ਪਤਾ ਨਹੀਂ ਮਿਲ ਗਿਆ ਤਾਂ ਅਸਲੀ ਫਿਰ ਸੁੱਖ ਜਿਹੜਾ ਅਸਲੀ ਸੁੱਖ ਮਿਲ ਜਾਏਗਾ ਬਿਲਕੁਲ ਸਹੀ ਹੈ ਅਸਲੀ ਸੁੱਖ ਮਿਲ ਜਾਏਗਾ ਅਸਲੀ ਸੁੱਖ ਉਹ ਮਾਲਕ ਗਾਖੜੇ ਆ ਜੀ ਹਾਂਜੀ ਜਿਹੜਾ ਗਾਖੜਿਆ ਜੀ ਇਹ ਹੋਈ ਬਹੁਤ ਮੁਸ਼ਕਲ ਵਿਛੋੜਾ ਜਾਣੀ ਔਖਾ ਚੱਲਣਾ ਹੁੰਦਾ ਹੈਗਾ ਉਹਨੂੰ ਕਹਿ ਦਿੰਦੇ ਆਪਾਂ ਗਾਖੜਾ ਇਹ ਮੁਲਤਾਨੀ ਬੋਲੀ ਹੈ ਜੀ ਬਿਲਕੁਲ ਮੁਲਤਾਨੀ ਬੋਲੀ ਹੈਗੀ ਆ ਸਿੰਧੀ ਬੋਲੀ ਹੈਗੀ ਆ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀ ਹੈ ਈਂਧਣ ਰੱਖੇ ਭਾਏ ਕਹਿੰਦੇ ਦੇਖ ਲਓ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਤਾਕਤ ਉਹ ਮਾਲਕ ਪਰਮਾਤਮਾ ਕਹਿੰਦੇ ਧਰਤੀ ਪਾਣੀ ਦੇ ਵਿੱਚ ਰਹਿੰਦੀ ਆ ਧਰਤੀ ਔਰ ਪਾਣੀ ਦੇਖ ਲਓ ਮਿੱਟੀ ਨੂੰ ਵੈਸੇ ਪਾਣੀ 'ਚ ਪਾਓ ਤੇ ਦੇਖੋ ਘੁਲ ਜਾਂਦੀ ਹੈ ਜਿਵੇਂ ਵਸੰਦੀ ਪਾਣੀ ਹੈ ਈਂਧਣ ਰੱਖੇ ਭਾਏ ਔਰ ਜਿਹੜਾ ਹੈਗਾ ਜਿਹੜੀ ਸਾਰੀ ਲੱਕੜ ਹੈਗੀ ਆ ਇਹਦੇ ਵਿੱਚ ਜਿਹੜੀ ਅੱਗ ਛੁਪੀ ਹੋਈ ਆ ਇਹ ਅੱਗ ਨੂੰ ਸੰਭਾਲ ਕੇ ਰੱਖਦੀ ਆ ਉਹ ਪਾਣੀ ਔਰ ਜ਼ਮੀਨ ਕਿਵੇਂ ਜਿਹੜੀ ਹੈਗੀ ਇੱਕ ਦੂਸਰੇ ਦੇ ਨਾਲ ਜਿਹੜੇ ਹੈਗੇ ਆ ਇੱਕ ਦੂਸਰੇ ਨੂੰ ਸਾਂਭ ਕੇ ਰੱਖਦੇ ਆ ਜਿਵੇਂ ਵਸੰਦੀ ਪਾਣੀ ਹੈ ਜਿਵੇਂ ਪਾਣੀ 'ਚ ਵਸਦੀ ਹੈ ਧਰਤੀ ਔਰ ਅੱਗ ਜਿਹੜੀ ਹੈਗੀ ਉਹ ਲੱਕੜ 'ਚ ਵਸਦੀ ਹੈ ਨਾਨਕ ਸੋ ਸ਼ਹ ਆਹੇ ਜਾ ਕੇ ਆਡਲ ਹਵ ਕੋ ਐਸੇ ਤਰੀਕੇ ਦੇ ਨਾਲ ਇਹ ਨਾ ਸੋਚ ਕਿ ਇਹ ਦੁਨੀਆ ਐਵੇਂ ਹੀ ਚੱਲ ਰਹੀ ਹੈ ਐਵੇਂ ਹੀ ਦਿਸ ਰਹੇ ਸਾਰੇ ਦੇ ਸਾਰੇ ਜਿਹੜੇ ਹੈਗੇ ਇਹ ਐਵੇਂ ਹੀ ਕਠਪੁਤਲੀਆਂ ਜਿਹੜੀਆਂ ਹੈਗੀਆਂ ਸਾਰੇ ਪਹਾੜ ਧਰਤੀ ਜਿਹੜੀ ਹੈਗੀ ਇਹ ਪਾਣੀ ਇਹ ਸਾਰਾ ਜਿਹੜਾ ਹੈਗਾ ਐਵੇਂ ਹੀ ਇਹ ਸਾਰੇ ਪਲੈਨਟ ਸਾਰੇ ਦੇ ਸਾਰੇ ਕਹਿੰਦੇ ਸਾਰਿਆਂ ਦੇ ਪਿੱਛੇ ਉਹ ਮਾਲਕ ਪਰਮਾਤਮਾ ਹੈਗਾ ਸਾਰੇ ਉਹਦੇ ਸਹਾਰੇ ਦੇ ਉੱਤੇ ਹੈਗੇ ਸਾਰੇ ਦੇ ਸਾਰੇ ਸਾਰਾ ਖਿੱਚ ਲਿਆ ਉਸੇ ਵੇਲੇ ਜਿਹੜਾ ਹੈਗਾ ਛੂ ਮੰਤਰ ਹੋ ਜਾਣਗੇ ਸਾਰੇ ਨਾਨਕ ਸੋ ਸ਼ੋ ਆਹੇ ਉਹ ਮਾਲਕ ਪਰਮਾਤਮਾ ਹੈਗਾ ਜਾ ਕੇ ਆਡਲ ਹਬ ਕੋ ਜਿਹਦੇ ਸਹਾਰੇ ਤੇ ਸਾਰਾ ਕੁਛ ਹੈਗਾ ਭਾਈ ਸਮਝ ਲੈ ਇਸ ਗੱਲ ਨੂੰ
ਪੌੜੀ ਤੇਰੇ ਕੀਤੇ ਕੰਮ ਤੁਦਾ ਹੀ ਗੋਚਰੇ। ਆਹ ਦੇਖ ਲਓ ਹੁਣ ਜਿਹੜੇ ਉਹ ਮਾਲਕ ਦੇ ਕੰਮ ਜਿਹੜੇ ਹੈਗੇ, ਇਹ ਸਾਰਾ ਕੁਛ ਉਹਦੇ ਸਹਾਰੇ ਦੇ ਉੱਤੇ ਦੁਨੀਆ ਹੈਗੀ, ਸਾਰੀ ਦੁਨੀਆ, ਸਾਰੀ ਖੇਡ, ਸਾਰੀ ਸ੍ਰਿਸ਼ਟੀ ਜਿਹੜੀ ਹੈਗੀ। ਕਹਿੰਦੇ ਇਹਨੂੰ ਹੋਰ ਕੋਈ ਦੱਸੇ, ਕੋਈ ਕਰ ਸਕਦਾ ਹੈ? ਤੇ ਭਾਈ ਦੱਸਦੇ, ਭਾਈ ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ। ਕਹਿੰਦੇ ਤੂੰ ਹੀ ਕਰ ਸਕਦਾ ਹੈ, ਬਸ ਹੋਰ ਨਹੀਂ ਕੋਈ ਕਰ ਸਕਦਾ। ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ। ਤਾਂ ਹੀ ਜਿਹੜਾ ਹੈਗਾ ਬਾਣੀ ਉਸ ਮਾਲਕ ਪਰਮਾਤਮਾ ਦੇ ਨਾਲ ਜੋੜਦੀ ਹੈ ਭਾਈ। ਕਹਿੰਦੇ ਨਹੀਂ ਕੋਈ ਹੈਗਾ, ਕੋਈ ਹੋਰ ਨਹੀਂ ਹੈਗਾ, ਨਹੀਂ। ਉਹ ਮਾਲਕ ਪਰਮਾਤਮਾ ਦੇ ਮੁਕਾਬਲਾ ਤਾਂ ਸੋਚਣਾ ਹੀ ਗਲਤ ਹੈਗਾ ਭਾਈ। ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ, ਸੋਈ ਵਰਤੇ ਜਗ ਜੇ ਕੀਆ ਤੁਧ ਧੁਰੇ। ਜੋ ਤੂੰ ਉੱਥੋਂ ਡਿਸਾਈਡ ਕਰਦਾ ਆ ਉਹੀ ਸੰਸਾਰ ਦੇ ਵਿੱਚ ਹੁੰਦਾ ਹੈ। ਤੇਰਾ ਹੀ ਹੁਕਮ ਜਿਹੜਾ ਹੈਗਾ ਸੰਸਾਰ ਦੇ ਵਿੱਚ ਜਿਹੜਾ ਹੈਗਾ ਚੱਲਦਾ ਹੈ ਭਾਈ। ਬਿਸਮ ਪਏ ਬਿਸਮਾਦ ਦੇਖ ਕੁਦਰਤ ਤੇਰੀਆ। ਵਾਹ ਬਈ ਵਾਹ। ਕਹਿੰਦੇ ਮਾਲਕਾ ਤੇਰੀ ਇਹ ਕੁਦਰਤ ਦੇਖ ਕੇ ਤਾਂ ਬੜਾ ਹੀ ਜਿਹੜਾ ਹੈਗਾ ਬੜਾ ਹੈਰਾਨੀ ਹੁੰਦੀ ਹੈ। ਬਿਸਮ ਪਏ ਬਿਸਮਾਦ ਦੇਖ ਕੁਦਰਤ ਤੇਰੀਆ। ਤਾਂ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਮਾਲਕ ਦੇ ਆਟੋਮੈਟਿਕਲੀ ਮਾਲਕ ਪਰਮਾਤਮਾ ਦੀ ਖਿੱਚ ਪੈਦਾ ਹੋ ਜਾਂਦੀ ਹੈ। ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ, ਕਰ ਗਤ ਹੋਏ ਮੇਰੀਆ। ਸ਼ਰਨ ਪਰੇ ਤੇਰੀ ਦਾਸ। ਕਹਿੰਦੇ ਤੇਰੇ ਦਾਸ ਜਿਹੜੇ ਹੈਗੇ ਤੇਰੀ ਸ਼ਰਨ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਉੱਚੀ ਅਵਸਥਾ ਹੋ ਗਈ ਆ। ਕਰ ਗਤ ਹੋਏ ਮੇਰੀਆ, ਮੇਰੀ ਵੀ ਕਰ ਦੇ ਮਾਲਕਾ। ਮੈਂ ਵੀ ਜਿਹੜਾ ਹੈਗਾ ਇਸੇ ਉਹਦੇ ਵਿੱਚ ਹੈਗਾ, ਇਸੇ ਲਿਸਟ ਦੇ ਵਿੱਚ ਮੈਨੂੰ ਵੀ ਲੈ ਲਾ। ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ, ਮੇਰੀ ਵੀ ਗਤ ਹੋ ਜਾਏ ਮਾਲਕਾ, ਮੇਰੇ ਉੱਤੇ ਵੀ ਕਿਰਪਾ ਕਰ। ਤੇਰੇ ਹੱਥ ਨਿਧਾਨ ਭਾਵ ਹੈ ਤਿਸ ਦੇ। ਤੇਰੇ ਹੱਥ 'ਚ ਖਜ਼ਾਨਾ ਹੈ ਮਾਲਕਾ, ਤੇਰੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇ ਸਕਦਾ ਹੈ ਤੂੰ। ਤਾਂ ਦਿੰਦਾ ਉਹਨੂੰ ਹੈ ਜਿਹਨੂੰ ਭਾਉਂਦਾ ਹੈ। ਭਾਵ ਹੈ ਤਿਸ ਦੇ। ਇੱਥੇ ਭਾਵ ਹੈ ਮਤਲਬ ਜਿਹਨੂੰ ਭਾਉਂਦਾ ਹੈ, ਜਿਹੜਾ ਚਾਹੁੰਦਾ ਹੈ ਖਜ਼ਾਨੇ ਨੂੰ, ਉਹਨੂੰ ਦਿੰਦਾ ਹੈ ਮਾਲਕ ਪਰਮਾਤਮਾ। ਉਹਨੂੰ ਆਹ ਜਿਹੜਾ ਹੈਗਾ ਗਿਆਨ ਦੇ ਦਿੰਦਾ ਹੈ, ਗੁਰੂ ਦੇ ਨਾਲ ਜੋੜ ਦਿੰਦਾ ਹੈ, ਭਗਤੀ ਪ੍ਰੇਮ ਭਗਤੀ ਮਿਲ ਜਾਂਦੀ ਹੈ ਭਾਈ। ਇਸ ਤਰੀਕੇ ਦੇ ਨਾਲ ਦਿੰਦਾ ਹੈ। ਤੇਰੇ ਹੱਥ ਨਿਧਾਨ ਭਾਵ ਹੈ ਤਿਸ ਦੇ, ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੈ। ਜਿਹਨੂੰ ਉਹ ਮਾਲਕ ਪਰਮਾਤਮਾ ਦਿਆਲ ਹੋ ਜਾਂਦਾ ਹੈ। ਦਿਆਲ ਉਹ ਤਾਂ ਦਿਆਲ ਦਇਆ ਕਰਨ ਵਾਸਤੇ ਤਿਆਰ ਬੈਠਾ ਹੈ ਮਾਲਕ ਪਰਮਾਤਮਾ। ਬਸ ਆਪਣੇ ਵੱਲੋਂ ਹੀ ਜਿਹੜਾ ਹੈਗਾ ਆਪਾਂ ਆਪਣੀ ਇੱਛਾ ਨਹੀਂ ਜ਼ਾਹਿਰ ਕਰਦੇ, ਆਪਾਂ ਹੀ ਨਹੀਂ ਲੈਣਾ ਚਾਹੁੰਦੇ ਦਇਆ, ਆਪਾਂ ਹੀ ਨਹੀਂ ਚਾਹੁੰਦੇ ਪਦਾਰਥ ਨਾਮ ਪਦਾਰਥ ਲੈਣਾ। ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੈ। ਉਹ ਲੈ ਲੈਂਦੇ, ਉਹਨਾਂ ਨੂੰ ਮਿਲ ਜਾਂਦਾ ਹੈ। ਔਰ ਜਿਹੜਾ ਹੈਗਾ ਉਹ ਡਿਮਾਂਡ ਆਉਂਦੀ ਹੈ ਉਹਨਾਂ ਦੇ ਕੋਲੋਂ ਤਾਂ ਉਹ ਦਿਆਲੂ ਦੇ ਦਿੰਦਾ ਹੈ। ਉਹ ਤਾਂ ਹਮੇਸ਼ਾ ਹੀ ਦਿਆਲ ਹੈ ਭਾਈ ਹਰੇਕ ਦੇ ਉੱਤੇ। ਅਗਮ ਅਗੋਚਰ, ਕਿਉਂਕਿ ਕਾਮ ਕ੍ਰੋਧ ਲੋਭ ਅਹੰਕਾਰ ਇਹ ਜਿਹੜੇ ਅਵਗੁਣ ਔਰ ਜਿਹੜੀ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਇਹ ਲੇਖਾ ਪਾਪ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਮਾਲਕ ਪਰਮਾਤਮਾ ਨੇ ਦੁਨੀਆ ਦੇ ਵਿੱਚ ਇਹਨਾਂ ਦਾ ਪ੍ਰੋਵੀਜ਼ਨ ਕੀਤਾ ਹੋਇਆ ਹੈ। ਇਸ ਕਰਕੇ ਮਾਲਕ ਨਹੀਂ ਦੇਖਦਾ ਇਹਨਾਂ ਨੂੰ, ਉਹ ਤਾਂ ਦੇਖਦਾ ਹੈ ਭਾਈ ਕੀ ਚਾਹੀਦਾ ਹੈ, ਕਿਹੜੀ ਚੀਜ਼ ਮੰਗ ਰਿਹਾ, ਕੌਣ ਕੀ ਚੀਜ਼ ਚਾਹੁੰਦਾ ਹੈ। ਬਸ ਉਸ ਦੇ ਉੱਤੇ ਉਹਦੀ ਜਿਹੜੀ ਹੈਗੀ ਆ, ਜਿਹੜਾ ਨਾਮ ਚਾਹੁੰਦਾ ਹੈ ਉਹਨੂੰ ਨਾਮ ਦੇ ਦਿੰਦਾ ਹੈ। ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੈ, ਅਗਮ ਅਗੋਚਰ ਬੇਅੰਤ ਅੰਤ ਨਾ ਪਾਈ ਹੈ। ਉਹ ਮਾਲਕ ਪਰਮਾਤਮਾ ਅਗਮ ਹੈਗਾ ਭਾਈ। ਇਸ ਤਰ੍ਹਾਂ ਜਿਹੜਾ ਹੈਗਾ ਇੰਦਰੀਆਂ ਦੀ ਪਕੜ ਤੋਂ ਪਹੁੰਚ ਹੈਗਾ। ਅਗਮ ਅਗੋਚਰ, ਅੱਖਾਂ ਤੋਂ ਦਿਸਦਾ ਨਹੀਂ ਹੈ ਮਾਲਕ ਪਰਮਾਤਮਾ। ਬੇਅੰਤ ਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਪਾਈਏ, ਦੇਖ ਲਓ 2 ਵਾਰੀ ਲਿਖਤਾ, ਉੱਪਰ ਬੇਅੰਤ ਲਿਖਤਾ, ਫਿਰ ਅੰਤ ਨਾ ਪਾਈਏ। ਉਹਦੇ ਗੁਣਾਂ ਦਾ ਵੀ ਗੁਣ ਵੀ ਉਹਦੇ ਬੇਅੰਤ ਹੈਗੇ ਭਾਈ। ਅਗਮ ਅਗੋਚਰ ਬੇਅੰਤ ਅੰਤ ਨਾ ਪਾਈਏ, ਜਿਸਨੂੰ ਹੋਏ ਕਿਰਪਾਲ ਸੋ ਨਾਮ ਧਿਆਈਏ। ਬਸ ਜਿਹੜਾ ਧਿਆਨ ਸਿਮਰਨ ਕਰਨ ਲੱਗ ਪਿਆ, ਜਿਹੜਾ ਭਗਤੀ ਮਾਰਗ ਤੇ ਚੱਲ ਪਿਆ ਭਾਈ, ਉਹਦੇ ਤੇ ਕਿਰਪਾਲ ਹੋ ਗਿਆ ਮਾਲਕ ਪਰਮਾਤਮਾ। ਉਹ ਕਿਰਪਾ ਦਾ ਪਾਤਰ ਹੋ ਗਿਆ ਭਾਈ। ਜਿਸਨੂੰ ਹੋਏ ਕਿਰਪਾਲ ਸੋ ਨਾਮ ਧਿਆਈਏ। ਸ਼ਲੋਕ ਮਹਲਾ 5ਵਾਂ। ਕੜਛੀਆਂ ਫਿਰਨ ਸੁਆਵ ਨਾ ਜਾਣਨ ਸੁੰਜੀਆਂ। ਕੜਛੀਆਂ ਜਿਹੜਾ ਹੈਗਾ, ਕੜਛੀਆਂ ਤਾਂ ਆਪਣਾ ਜਿਹੜਾ ਹੈਗਾ ਦੇਖੋ ਖਾਣਾ ਬਣਾਉਂਦੇ ਹਾਂ ਆਪਾਂ, ਕੜਛੀ ਫੇਰਦੇ ਹਾਂ ਉਹਦੇ ਵਿੱਚ ਖਾਣੇ ਦੇ ਵਿੱਚ।
ਕਹਿੰਦੇ ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁੰਜੀਆਂ, ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਹੁਣ ਇਹ ਕੜਛੀ ਕਿਉਂ ਆਇਆ ਇਹਦੇ ਵਿੱਚ? ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁੰਜੀਆਂ, ਕਹਿੰਦੇ ਕੜਛੀ ਦੇਖੋ, ਹਰੇਕ ਸਵਾਦਲੀ ਚੀਜ਼ ਦੇ ਵਿੱਚ ਕੜਛੀ ਘੁੰਮਦੀ ਆ, ਹਰੇਕ ਸਵਾਦਲੀ ਚੀਜ਼ ਦੇ ਵਿੱਚ ਕੜਛੀ ਘੁੰਮਦੀ ਆ, ਪਰ ਕੜਛੀ ਜਿਹੜੀ ਹੈਗੀ ਆ ਇੱਕ ਜਿਹੜੀ ਹੈਗੀ ਆ ਮਿਲੀਗ੍ਰਾਮ ਕਹਿ ਲਓ, ਉਹਨਾਂ ਵੀ ਨਹੀਂ ਲੈ ਸਕਦੀ। ਉਹਦੇ ਵਿੱਚੋਂ ਪਦਾਰਥ ਜਿਹੜਾ ਹੈਗਾ 1 ਮਿਲੀਗ੍ਰਾਮ ਉਹ ਸਵਾਦ ਚੱਖ ਹੀ ਨਹੀਂ ਸਕਦੀ ਕੜਛੀ। ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁੰਜੀਆਂ, ਔਰ ਫਿਰ ਕਿੱਥੇ ਰਹੀਆਂ ਕੜਛੀਆਂ? ਕਿ ਕੜਛੀਆਂ ਜਿਹੜੀਆਂ ਹੈਗੀਆਂ ਫਿਰ ਰਹੀਆਂ ਉਹ ਸਵਾਦ ਦੇ ਵਿੱਚ ਫਿਰ ਰਹੀਆਂ ਕੜਛੀਆਂ, ਉਸ ਪ੍ਰੇਮ ਦੇ ਵਿੱਚ ਫਿਰ ਰਹੀਆਂ ਕੜਛੀਆਂ, ਸਵਾਦ ਦੇ ਵਿੱਚ, ਬਹੁਤ ਹੀ ਸਵਾਦਲੀ ਚੀਜ਼ ਉਹਦੇ ਵਿੱਚ ਕੜਛੀਆਂ ਫਿਰ ਰਹੀਆਂ, ਪਰ ਜਿਹੜੀਆਂ ਕੜਛੀਆਂ ਜਿਹੜੀਆਂ ਸਵਾਦ ਲੈ ਨਹੀਂ ਸਕਦੀਆਂ। ਸੁਆਉ ਨਾ ਜਾਣਨ ਸੁੰਜੀਆਂ, ਖਾਲੀ ਹੈਗੀਆਂ, ਸੁੰਜੀਆਂ ਹੈਗੀਆਂ। ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ, ਕਹਿੰਦੇ ਉਹ ਸਵਾਦ ਲੈਂਦੇ ਆ। ਮੁੱਖ ਸਵਾਦ ਕਿਹਨੇ ਲੈਣਾ? ਮੁੱਖ ਨੇ ਲੈਣਾ। ਕਹਿੰਦੇ ਸਹੀ ਮੁਖ ਦਿਸਨ, ਉਹ ਸਵਾਦ ਲੈਂਦੇ ਆ ਪਾਏ ਜਿਨ੍ਹਾਂ ਦੇ ਅੰਦਰ ਪ੍ਰੇਮ ਹੈਗਾ, ਮਾਲਕ ਪ੍ਰੇਮ, ਪਰਮਾਤਮਾ ਦਾ ਪ੍ਰੇਮ ਹੈਗਾ। ਪ੍ਰੇਮ ਦੇ ਨਾਲ ਜਿਹੜਾ ਹੈਗਾ ਪ੍ਰੇਮ ਰਸ, ਉਹ ਜਿਹੜੇ ਹੈਗੇ ਉਹਦਾ ਸਵਾਦ ਲੈਂਦੇ ਆ। ਹਾਲੇ ਵੀ ਜਿਹੜਾ ਹੈਗਾ ਇਹਦੇ ਵਿੱਚ ਉਚਾਈ ਬਹੁਤ ਦੂਰ ਹੈ, ਹਾਲੇ ਵੀ ਇਹਦੀ। ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁੰਜੀਆਂ, ਜਿਹੜੇ ਖਾਲੀ ਜਿਹੜੇ ਆਪਾਂ ਜੇ ਹੁਣ ਆਪਾਂ ਕੀ ਕਰ ਰਹੇ ਹਾਂ? ਆਪਾਂ ਕੜਛੀ ਫੇਰ ਰਹੇ ਹਾਂ ਪਾਏ, ਆਪਾਂ ਗਿਆਨ ਲੈ ਰਹੇ, ਕੜਛੀ ਫੇਰ ਰਹੇ ਹਾਂ, ਆਪਾਂ ਕੜਛੀ ਵਾਂਗੂ ਫਿਰ ਰਹੇ ਹਾਂ। ਹਾਲੇ ਸਵਾਦ ਨਹੀਂ ਆਇਆ। ਸਵਾਦ ਚਾਹੀਦਾ ਹੈ ਭਾਈ, ਤੇ ਫਿਰ ਜਿਹੜਾ ਹੈਗਾ ਉਹ ਕਾਰਵਾਈ ਕਰਨੀ ਪਊਗੀ, ਧਿਆਨ ਸਿਮਰਨ ਕਰਨਾ ਪਊਗਾ, ਇਸ ਤੋਂ ਅੱਗੇ ਜਾਣਾ ਪਊਗਾ। ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁੰਜੀਆਂ, ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਮਹੱਲਾ ਪੰਜਵਾਂ। ਖੋਜੀ ਲੱਦਮ ਖੋਜ, ਛੱਡਿਆ ਉਜਾੜ। ਹੁਣ ਦੇਖੋ ਪਿੱਛੇ ਜਿਹੜਾ ਹੈਗਾ ਕੜਛੀਆਂ ਵਾਲੀ ਗੱਲ ਕੀਤੀ ਮਹਾਰਾਜ ਨੇ, ਹੁਣ ਜਿਹੜਾ ਅਗਲਾ ਸ਼ਲੋਕ ਉਹਨਾਂ ਨੇ ਆ ਲਗਾਤਾ। ਇਹ ਕੀ ਲਿੰਕ ਹੈਗਾ ਦੋਨਾਂ ਦੇ ਵਿੱਚ? ਖੋਜੀ ਲੱਦਮ ਖੋਜ, ਛੱਡਿਆ ਉਜਾੜ। ਕਹਿੰਦੇ ਭਾਈ ਮਨੁੱਖੀ ਸਰੀਰ, ਮਨੁੱਖੀ ਜੂਨ ਦੇ ਵਿੱਚ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਕੋਈ ਖੋਜੀ ਲੱਭ ਗਿਆ ਮੈਨੂੰ। ਖੋਜੀ ਕਹਿੰਦੇ ਜਿਹੜਾ ਖੋਜ ਦਿੰਦੇ ਆ, ਖੋਜ ਕੇ ਕਹਿੰਦੇ ਆ ਜਿਹੜੇ ਖੂਹ ਲੱਭ ਲੈਂਦੇ ਆ ਭਾਈ, ਕੋਈ ਵੀ ਚੀਜ਼ ਨੂੰ ਖੋਜ ਕੇ ਲੱਭ ਦਿੰਦੇ, ਬਈ ਇੱਥੇ ਮਿੱਠਾ ਪਾਣੀ ਆ, ਇੱਥੇ ਖੋਦੋ, ਇਸ ਜਗ੍ਹਾ ਤੇ ਖੂਹ ਪੁੱਟੋ ਭਾਈ। ਉਹ ਉਡੇ ਹੁੰਦੇ ਸੀਗੇ। ਖੋਜੀ ਲੱਦਮ ਖੋਜ, ਕਹਿੰਦੇ ਇਸ ਤਰੀਕੇ ਦੇ ਨਾਲ ਖੋਜੀ ਨੇ ਮੈਨੂੰ ਖੋਜੀ ਦੇ ਥਰੂ ਜਿਹੜਾ ਹੈਗਾ ਮੈਂ ਖੋਜਿਆ, ਤੇ ਮੈਨੂੰ ਪਤਾ ਲੱਗ ਗਿਆ ਭਾਈ ਇਹ ਜਿਹੜਾ ਮੇਰਾ ਨੁਕਸਾਨ ਕਰਨ ਵਾਲੇ ਕਿਹੜੇ ਹੈਗੇ, ਉਹਨਾਂ ਦੀ ਖੋਜ ਲੱਭ ਗਈ, ਮੈਨੂੰ ਪਤਾ ਲੱਗ ਗਿਆ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ, ਇਹ ਜਿਹੜੇ ਉਜਾੜ ਮੇਰੀ ਖੇਤੀ ਕੌਣ ਉਜਾੜ ਰਹੇ ਸੀਗੇ ਭਾਈ, ਇਹ ਪਤਾ ਲੱਗ ਮੈਨੂੰ ਜਿਹੜਾ ਮੇਰੇ ਅੰਦਰ ਮੈਨੂੰ ਸਵਾਦ ਕੌਣ ਨਹੀਂ ਲੈਣ ਦੇ ਰਹੇ ਸੀਗੇ, ਅਸਲੀ ਸਵਾਦ ਮੈਨੂੰ ਕੌਣ ਨਹੀਂ ਲੈਣ ਦੇ ਰਹੇ ਸੀਗੇ। ਕਹਿੰਦੇ ਉਹਨਾਂ ਦੀ ਖੋਜ ਲੱਭ ਗਈ ਮੈਨੂੰ, ਉਹਨਾਂ ਦੇ ਬਾਰੇ ਪਤਾ ਲੱਗ ਗਿਆ, ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਆ ਰਹੇ ਮੇਰੇ ਅੰਦਰ, ਕਿਵੇਂ ਕਿਵੇਂ ਛੁਪੇ ਹੋਏ, ਕਿਵੇਂ ਜਿਹੜਾ ਹੈਗਾ ਮੇਰੀ ਖੇਤੀ ਉਜਾੜ ਰਹੇ ਆ, ਮੈਨੂੰ ਹੁਣ ਪਤਾ ਲੱਗ ਗਿਆ, ਹੁਣ ਮੈਨੂੰ ਵਾੜ ਕਰਨੀ ਪਊਗੀ। ਖੋਜੀ ਲੱਦਮ ਖੋਜ, ਛੱਡਿਆ ਉਜਾੜ, ਤੈਂ ਸ਼ਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਵਾਹ ਉਹ ਮਾਲਕਾ ਵਾਹ, ਕਮਾਲ ਕਰ ਦਿੱਤਾ। ਧਿਆਨ ਸਿਮਰਨ ਵਾਲਾ ਇਹ ਜਿਹੜਾ ਹੈਗਾ ਨਾਮ ਅਭਿਆਸ, ਇਹ ਜਿਹੜਾ ਹੈਗਾ ਸੁਣਨ ਦੇ ਵਿੱਚ ਬੈਠਣਾ, ਵਿਚਾਰ ਬੰਦ ਕਰਨੇ, ਕੈਸੀ ਵਾੜ ਦੇ ਦਿੱਤੀ ਮਾਲਕਾ, ਕੈਸੀ ਵਾੜ ਦੇ ਦਿੱਤੀ। ਤੈਂ ਸ਼ਹਿ ਦਿੱਤੀ ਵਾੜ, ਨਾਨਕ ਖੇਤ ਨਾ ਛਿਜਈ। ਹੁਣ ਕਹਿੰਦੇ ਮੇਰਾ ਖੇਤ ਜਿਹੜਾ ਹੈਗਾ, ਮੇਰੀ ਖੇਤੀ ਜਿਹੜੀ ਉੱਜੜਦੀ ਨਹੀਂ ਹੈਗੀ। ਕਮਾਲ ਦਾ ਗਿਆਨ ਹੈ ਜੀ, ਕਮਾਲ ਦਾ ਗਿਆਨ ਹੈ। ਖੋਜੀ ਲੱਦਮ ਖੋਜ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਵਾਦ ਆਏਗਾ, ਉਹ ਨਾਮ ਦਾ ਸਵਾਦ ਆ ਹੈਗਾ। ਵੇ ਦੇਖੋ ਭਾਈ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ, ਇਹਨਾਂ ਨੂੰ ਜਿੱਤਣਾ ਪਊਗਾ। ਇਹ ਇਸ ਤਰੀਕੇ ਦੇ ਨਾਲ ਜਿੱਤੇ ਜਾ ਸਕਦੇ, ਵਾੜ ਜਿਹੜੀ ਮਾਲਕ ਦੇ ਰਿਹਾ ਹੈ। ਖੋਜੀ ਲੱਦਮ ਖੋਜ, ਛੱਡਿਆ ਉਜਾੜ, ਤੈਂ ਸ਼ਹਿ ਦਿੱਤੀ ਵਾੜ, ਨਾਨਕ
ਖੇਤ ਨਾ ਚੀਜਈ। ਹੁਣ ਅੱਗੇ ਪੌੜੀ ਖੋਲੇਗੀ ਇਹਨੂੰ ਹੋਰ। ਪੌੜੀ ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ। ਆਰਾਧਨਾ ਕਿਹਨੂੰ ਕਹਿੰਦੇ ਆ? ਇਹ ਸੈਕੰਡ ਸਟੇਜ ਹੈ। ਜਪਣਾ ਤੇ ਸਿਮਰਨਾ। ਆਰਾਧਨਾ ਮਤਲਬ ਸਿਮਰਨਾ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਹਾਂ, ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ। ਕਹਿੰਦੇ ਬਸ ਭਗਤੀ ਕਰਨੀ ਉਸੇ ਦੀ ਕਰਿਓ, ਉਸ ਮਾਲਕ ਪਰਮਾਤਮਾ ਦੀ ਜਿਹਨੇ ਸਵਾਦ ਦੇਣਾ ਹੈ ਪਾਏ। ਸਾਰਾ ਕੁਛ ਜਿਹਦੇ ਕੋਲ ਹੈਗਾ। ਦੋਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ। ਲਓ, ਦੋਨਾਂ ਦਾ ਕੰਟਰੋਲਰ ਤਾਂ ਮਾਲਕ ਹੈਗਾ। ਇਹ ਜਿਹੜੇ ਹੈਗੇ, ਇਹ ਜਿਹੜੇ ਉਜਾੜਾ ਕਰ ਰਹੇ ਸੀਗੇ, ਇਹਨਾਂ ਦਾ ਵੀ ਜਿਹੜਾ ਹੈਗਾ ਪਿਓ ਉਹੀ ਹੈਗਾ ਭਾਈ। ਦੋਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ। ਖਿਨ ਦੇ ਵਿੱਚ ਰਾਸ ਕਰ ਦੇਗਾ ਭਾਈ, ਖਿਨ ਦੇ ਵਿੱਚ ਰਾਸ ਕਰ ਦੇਗਾ। ਤਿਆਗੋ ਸਗਲ ਉਪਾਓ ਤਿਸ ਕੀ ਓਟ ਗਹੋ। ਵਾਹ, ਕਹਿੰਦੇ ਸਾਰਾ ਕੁਝ ਛੱਡ ਦਿਓ ਪਿਆਰਿਓ, ਸਾਰਾ ਕੁਝ ਛੱਡ ਦਿਓ, ਉਹਦੀ ਆਸਰਾ ਲੈ ਲਓ ਮਾਲਕ ਪਰਮਾਤਮਾ ਦਾ। ਉਹਦੀ ਆਸਰਾ ਕਿਵੇਂ ਲਈ? ਹੁਣ ਜਿਹੜਾ ਦਿਖਦਾ ਨਹੀਂ ਹੈ, ਉਹ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਾਪਿਨ। ਆਹ ਬਾਣੀ ਦੱਸ ਰਹੀ ਹੈ ਭਾਈ। ਜਿਹਦਾ ਧਿਆਨ ਕਰਾਂਗੇ, ਜਿਹਨੂੰ ਯਾਦ ਕਰਾਂਗੇ ਦੁੱਖ ਦੇ ਸਮੇਂ 'ਤੇ, ਉਹਦਾ ਆਸਰਾ ਲੈ ਲਿਆ ਆਪਾਂ ਨੇ। ਤਿਆਗੋ ਸਗਲ ਉਪਾਓ ਤਿਸ ਕੀ ਓਟ ਗਹੋ। ਪਾਓ ਸਰਨਾਈ ਭੱਜ ਸੁਖੀ ਹੋ ਸੁਖ ਲਹੋ। ਲਓ ਸਵਾਦ ਜਿੰਨਾ ਲੈਣਾ ਹੈ ਭਾਈ। ਕਾਹਦੇ ਵਾਸਤੇ ਕੜਛੀਆਂ ਮੰਗੂ ਫਿਰੀਏ ਆਪਾਂ? ਪਾਓ ਸਰਨਾਈ ਭੱਜ ਸੁਖੀ ਹੋ ਸੁਖ ਲਹੋ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਦੇਖ ਲਓ ਭਾਈ, ਬਖਸ਼ਿਸ਼ ਹੋਣੀ ਆ। ਧਰਮ ਕੀ ਹੈਗਾ ਆਪਣਾ? ਤਤ ਗਿਆਨ ਚਾਹੀਦਾ ਹੈ ਆਪਾਂ ਨੂੰ। ਆ ਅੰਮ੍ਰਿਤ ਰਸ ਦੇ ਵਾਸਤੇ, ਇਸ ਸਵਾਦ ਦੇ ਵਾਸਤੇ ਤੇ ਭਾਈ ਸੰਤਾਂ ਦੀ ਸੰਗਤ ਕਰਨੀ ਪਏਗੀ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਜਪੀਏ ਅੰਮ੍ਰਿਤ ਨਾਮ ਵਿਗਨ ਨਾ ਲਗੇ ਕੋਏ। ਆ ਗਏ ਦੇਖੋ, ਸਟਾਰਟਿੰਗ ਕਰਨੀ ਹੈ ਭਾਈ, ਜਪਣਾ ਪਊਗਾ। ਉਹ ਅੰਮ੍ਰਿਤ, ਉਸ ਤੋਂ ਅੰਮ੍ਰਿਤ ਆਉਣਾ ਆ। ਉਸ ਮਾਲਕ ਪਰਮੇਸ਼ਰ ਨੂੰ ਯਾਦ ਕਰਨਾ ਪਊਗਾ। ਜਪੀਏ ਅੰਮ੍ਰਿਤ ਨਾਮ ਵਿਗਨ ਨਾ ਲਗੇ ਕੋਏ। ਜਿਸਨੂੰ ਆਪ ਦਿਆਲ ਤਿਸ ਮਨੇ ਉੱਠਿਆ। ਬਸ ਜਿਸ ਤੇ ਮਾਲਕ ਪਰਮਾਤਮਾ ਦਿਆਲ ਹੋ ਜਾਂਦਾ ਆਪ, ਉਹਨੇ ਕ੍ਰਾਈਟੇਰੀਆ ਮਾਲਕ ਦਾ ਹੈ। ਮਾਲਕ ਨੇ ਜਿਹੜਾ ਖੇਡ ਮਾਲਕ ਦੀ ਚੱਲ ਰਹੀ ਹੈ, ਉਹਨੇ ਦੇਖਣਾ ਹੈ ਕਿ ਜੈਨੂਇਨ ਡਿਮਾਂਡ ਕਿੱਧਰੋਂ ਆ ਰਹੀ ਹੈ। ਉਹਨੇ ਦਿਆਲ ਹੋ ਜਾਣਾ ਹੈ, ਉਹਦੇ ਮਨ ਦੇ ਵਿੱਚ ਉੱਠ ਜਾਣਾ ਹੈ। ਉਹਨੇ ਮਾਲਕ ਪਰਮਾਤਮਾ ਨੇ ਆਟੋਮੈਟਿਕਲੀ ਅੰਦਰੋਂ ਹੀ ਆ ਜਾਣਾ ਹੈ ਮਾਲਕ ਨੇ। ਜਿਸਨੂੰ ਆਪ ਦਿਆਲ ਤਿਸ ਮਨੇ ਉੱਠਿਆ। ਪਾਈਨ ਸਭੇ ਨਿਦਾਨ ਸਾਹਿਬ ਟੁੱਟਿਆ। ਉਹ ਮਾਲਕ ਟੁੱਟ ਜਾਂਦਾ ਹੈ। ਸਾਹਿਬ ਦੇ ਬੱਬੇ ਦੀ ਸਿਹਾਰੀ ਲੱਗੀ ਹੋਈ ਆ ਭਾਈ। ਸਾਹਿਬ ਟੁੱਟੂਗਾ ਤੇ ਸਾਰੇ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਣਗੇ। ਪਾਈਨ ਸਭੇ ਨਿਦਾਨ ਸਾਹਿਬ ਟੁੱਟਿਆ। ਇੱਕ ਹੋਰ ਲਾ ਲਓ ਜੀ। ਹਾਂਜੀ, ਬਸ ਮੈਂ ਉਹੀ ਸੋਚ ਰਿਹਾ ਸੀਗਾ। ਸ਼ਲੋਕ ਮਹੱਲਾ ਪੰਜਵਾਂ। ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾਂ ਪੀਰੀ। ਬਸ ਕਹਿੰਦੇ ਅਸਲੀ ਚੀਜ਼ ਦੁਨੀਆ ਦੇ ਵਿੱਚ ਕੀ ਹੈਗੀ, ਕਾਹਦੇ ਵਾਸਤੇ ਆਪਾਂ ਆਏ ਹਾਂ। ਇਹ ਹੀਰੇ ਜੈਸਾ ਜਨਮ ਹੈ, ਕਿਵੇਂ ਕਾਹਦੇ ਵਾਸਤੇ ਮਿਲਿਆ ਹੈ ਭਾਈ। ਲੱਦਮ ਲੱਭਣ ਹਾਰ, ਕਹਿੰਦੇ ਉਹ ਚੀਜ਼ ਲੱਭਣ ਹਾਰ ਚੀਜ਼ ਜਿਹੜੀ ਹੈਗੀ ਆ, ਉਹ ਮੈਨੂੰ ਲੱਭ ਗਈ। ਕਰਮ ਕਰਨ ਦੋ ਮਾਂ ਪੀਰੀ। ਮੇਰੇ ਪਤੀ ਨੇ, ਮੇਰੇ ਮਾਲਕ ਨੇ ਮੇਰੇ ਉੱਤੇ ਬਖਸ਼ਿਸ਼ ਕਰ ਦਿੱਤੀ। ਮੈਨੂੰ ਉਹ ਚੀਜ਼ ਲੱਭ ਗਈ। ਮੈਂ ਉਹ ਚੀਜ਼ ਦੀ ਡਿਮਾਂਡ ਕੀਤੀ, ਉਹ ਚੀਜ਼ ਮੈਨੂੰ ਲੱਭ ਗਈ। ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾਂ ਪੀਰੀ। ਕਰਮ ਨੂੰ ਔਂਕੜਾ ਵੀ ਜੀ। ਹਾਂ, ਕਰਮ ਬਖਸ਼ਿਸ਼, ਮਾਲਕ ਪਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਮੇਰੇ ਉੱਤੇ। ਮੈਨੂੰ ਜਿਹੜੀ ਹੈਗੀ ਗੁਰੂ ਦੀ ਸੰਗਤ ਦੇ ਦਿੱਤੀ, ਗੁਰੂ ਦੀ ਡਾਇਰੈਕਸ਼ਨ ਦੇ ਦਿੱਤੀ। ਔਰ ਮੈਂ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਇਸ ਜਗ੍ਹਾ 'ਤੇ ਉਹ ਚੀਜ਼ ਵਸਤੂ ਮੈਨੂੰ ਲੱਭ ਗਈ। ਇਹਦੇ ਵਿੱਚ ਸਾਰਾ ਕੁਛ ਆ ਗਿਆ ਜੀ। ਲੱਦਮ ਲੱਭਣ ਹਾਰ ਕਰਮ ਕਰਨ ਤੋਂ ਮਾਂ ਪੀਰੀ। ਇੱਕੋ ਸਿਰਜਣਹਾਰ ਨਾਨਕ ਬਿਆ ਨਾ ਪਸੀਏ। ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਉਹੀ ਮਾਲਕ ਹੈਗਾ। ਬਿਆ ਨਾ ਪਸੀਏ, ਕਹਿੰਦੇ ਹੋਰ ਕਿਸੇ ਵੱਲ ਝਾਕ ਨਾ। ਪਸਣਾ ਕਹਿੰਦੇ ਆ ਦੇਖਣਾ, ਕਹਿੰਦੇ ਹੋਰ ਕਿਸੇ ਵੱਲ ਨਾ ਦੇਖ ਭਾਈ, ਹੋਰ ਕਿਸੇ ਦਾ ਆਸਰਾ ਨਾ ਲੈ। ਉਹੀ ਹੈ ਮਾਲਕ ਪਰਮਾਤਮਾ। ਮਹੱਲਾ ਪੰਜਵਾਂ। ਪਾਪੜਿਆਂ ਪਛਾੜ ਬਾਣ ਸਚਾਵਾਂ ਸੰਨ ਕਹਿ। ਕਹਿੰਦੇ ਦੇਖ ਇੱਧਰ ਉੱਧਰ ਕੀ ਕਰਮ ਕਾਂਡ ਕਰੀ ਜਾ ਰਹੇ ਆ ਯਾਰ, ਕੀ ਕਰੀ ਜਾ ਰਹੇ ਆ। ਦੇਖ ਤੂੰ ਕੀ
ਭਗਤੀ ਸਮਝਦਾ ਕਿਹਨੂੰ ਹੈਗਾ ਪਿਆਰਿਆ? ਇੱਧਰ ਉੱਧਰ ਤੀਰ ਮਾਰੀ ਜਾ ਰਹੇ ਆ, ਇੱਧਰ ਉੱਧਰ ਤੀਰ ਮਾਰੀ ਜਾ ਰਹੇ ਆ। ਕਹਿੰਦੇ ਨਿਸ਼ਾਨੇ ਦੇ ਉੱਤੇ ਤੀਰ ਮਾਰ, ਸੰਨ ਕੇ ਮਾਰ, ਪਾਪੜਿਆਂ ਪਛਾੜ ਪਾਪਾਂ ਨੂੰ, ਪਛਾੜ ਪਾਪਾਂ ਵਾਲੀ ਮੱਤ ਨੂੰ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪਛਾੜ ਦੇ। ਬਾਣ ਸਚਾਵਾਂ ਸੰਨ ਕੇ, ਕਹਿੰਦੇ ਇਹ ਧਿਆਨ ਸਿਮਰਨ ਵਾਲਾ ਬਾਣ ਜਿਹੜਾ ਹੈਗਾ ਇਹ ਖਿੱਚ ਕੇ ਸਹੀ ਨਿਸ਼ਾਨੇ ਦੇ ਉੱਤੇ ਮਾਰ ਪਾਈ। ਸੱਚਾ ਬਾਣ ਆਹੀ ਹੈਗਾ। ਕੀ ਮਹਾਰਾਜ ਜੀ ਸਮਝ ਨਹੀਂ ਆਇਆ? ਗੁਰ ਮੰਤਰਾ ਚਿਤਾਰ ਨਾਨਕ ਦੁੱਖ ਨਾ ਥੀਵਈ। ਕਹਿੰਦੇ ਗੁਰੂ ਨੇ ਜਿਹੜਾ ਮੰਤਰ ਦਿੱਤਾ ਹੈ, ਜੋ ਗੁਰੂ ਨੇ ਤੈਨੂੰ ਡਾਇਰੈਕਸ਼ਨ ਦਿੱਤੀ ਹੈ ਪਾਏ, ਔਰ ਕੋਈ ਇੱਧਰ ਉੱਧਰ ਨਾ ਜਾ ਪਾਏ। ਗੁਰੂ ਦੀ ਮੱਤ ਦੇ ਉੱਤੇ ਜਿਹੜਾ ਹੈਗਾ ਮਾਰ ਮਿਟ, ਜੋ ਗੁਰੂ ਦੀ ਮੱਤ ਕਰੀ ਹੈ ਉਹ ਕਾਰਵਾਈ ਕਰ। ਉਹ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰ। ਗੁਰਮੰਤਰ ਦਾ ਚਿਤਾਰ ਆਪਣੇ ਵਿਚਾਰ ਬੰਦ ਕਰ। ਨਾਨਕ ਦੁੱਖ ਨਾ ਥੀਵਈ, ਤਾਂ ਤੈਨੂੰ ਦੁੱਖ ਨਹੀਂ ਹੋਏਗਾ ਪਾਏ। ਇਹ ਜੀਵਨ ਸੁਖੀ ਹੋ ਜਾਏਗਾ। ਪੌੜੀ ਵਾਹ ਵਾਹ ਸਿਰਜਣਹਾਰ ਪਾਈਨ ਠਾਂਡ ਆਪ। ਮਾਲਕ ਪਰਮਾਤਮਾ ਨੇ ਜਿਹੜੀ ਕਾਰਵਾਈ ਉਹਨੇ ਕਰਨੀ ਹੈ, ਉਹਦੀ ਜਿਹੜੀ ਹੈਗੀ ਖੇਡ ਉਹਦੀ ਹੈਗੀ। ਇਹ ਜਿਹੜੇ ਅਵਗੁਣ ਮਾਲਕ ਨੇ ਪਾਏ ਆ, ਔਰ ਇਹ ਜਿਹੜੇ ਹੈਗੇ ਆ ਇਸ ਤਰੀਕੇ ਦੇ ਨਾਲ ਨਿਕਲਣਾ ਹੈ ਭਾਈ। ਇਹ ਇਸ ਤਰੀਕੇ ਦੇ ਨਾਲ ਪਾਪ ਜਾਣੇ ਆ। ਵਾਹ ਵਾਹ ਸਿਰਜਣਹਾਰ ਪਾਈ ਠਾਂਡ ਆਪ, ਜੀ ਜੰਤ ਮਿਹਰਬਾਨ ਤਿਸ ਨੂੰ ਸਦਾ ਜਾਪ। ਉਹ ਮਾਲਕ ਪਰਮਾਤਮਾ ਸਾਰਿਆਂ ਦੇ ਉੱਤੇ ਪਾਏ ਮਿਹਰਬਾਨ ਹੈ, ਜੀ ਦੇ ਉੱਤੇ, ਜਨਤਾਂ ਦੇ ਉੱਤੇ। ਜੰਤ ਵੀ ਵਾਪਸ ਜਿਹੜੇ ਮਨੁੱਖੀ ਜੂਨ ਪਾਉਣਗੇ। ਮਾਲਕ ਤਾਂ ਇਸੇ ਵਾਸਤੇ ਉਹਨਾਂ ਨੂੰ ਜੂਨ ਦਿੱਤੀ ਹੋਈ ਹੈ। ਸਾਰਿਆਂ ਦੇ ਉੱਤੇ ਮਿਹਰਬਾਨ ਹੈ ਮਾਲਕ ਪਰਮਾਤਮਾ। ਤਿਸ ਨੂੰ ਸਦਾ ਜਾਪ, ਕਹਿੰਦੇ ਉਸ ਮਾਲਕ ਪਰਮਾਤਮਾ ਦਾ ਧਿਆਨ ਕਰ ਪਾਏ, ਉਹਦਾ ਨਾਮ ਜਪ। ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ। ਉਹ ਮਾਲਕ ਪਰਮਾਤਮਾ ਨੇ ਇਸ ਤਰੀਕੇ ਦੇ ਨਾਲ ਜਿਹਦੇ ਉੱਤੇ ਵੀ ਦਇਆ ਕਰ ਦਿੰਦਾ ਹੈ, ਜਿਹੜਾ ਵੀ ਉਹਦੀ ਮਾਲਕ ਪਰਮਾਤਮਾ ਦੀ ਸ਼ਰਨ 'ਚ ਜਾਂਦਾ ਹੈ, ਅਤੇ ਉਹਦੇ ਜਿਹੜੇ ਹੈਗੇ ਇਹ ਬਿਲਖਣਾ ਬਿਲਾਪ ਕਰਨਾ, ਜਿਹੜਾ ਦੁੱਖ ਜਿਹੜੇ ਸਾਰੇ ਦੇ ਸਾਰੇ ਜਿਹੜੇ ਚੁੱਕ ਜਾਂਦੇ ਆ। ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ। ਇਹ ਤਾਪ ਜਿਹੜੇ ਹੈਗੇ ਤੀਨੇ ਤਾਪ, ਆਦਿ ਵਿਆਧੀ ਉਪਾਧੀ, ਦੁੱਖ ਜਿਹੜੇ ਹੈਗੇ, ਰੋਗ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਦੂਰ ਹੋ ਜਾਂਦੇ ਆ ਪੂਰੇ ਗੁਰ ਪ੍ਰਤਾਪ, ਪੂਰੇ ਗੁਰੂ ਦੇ ਪ੍ਰਤਾਪ ਦੇ ਨਾਲ, ਪੂਰੇ ਗੁਰੂ ਦੀ ਗਾਈਡੈਂਸ ਦੇ ਦੁਆਰਾ। ਕੀਤੀਨ ਆਪਣੀ ਰੱਖ ਗਰੀਬ ਨਿਵਾਜ ਥਾਪ। ਉਸ ਮਾਲਕ ਪਰਮਾਤਮਾ ਨੇ ਅੱਜ ਕਿਸੇ ਦਾ ਜਸਵਿੰਦਰ ਜੀ ਮਾਈਕ ਖੁੱਲ ਗਿਆ ਤੁਹਾਡਾ। ਦੇਖਿਓ ਕਿਸ ਖੰਘ ਕੌਣ ਰਹੇ ਜੀ, ਦੇਖੋ ਇੱਕ ਸੈਕਿੰਡ। ਜਸਵਿੰਦਰ ਗਿੱਲ, ਹਾਂਜੀ ਹਾਂਜੀ ਠੀਕ ਹੈ ਜੀ। ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ, ਕੀਤੀਆਂ ਨੇ ਆਪਣੀ ਰੱਖ ਗਰੀਬ ਨਿਵਾਜ ਥਾਪ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਵੀ ਉਹਦੀ ਸ਼ਰਨ 'ਚ ਜਾਂਦਾ ਹੈ, ਮਾਲਕ ਉਹਦੀ ਰਕਸ਼ਾ ਕਰ ਲੈਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ। ਬਾਕੀ ਜਿਹੜੇ ਹੈਗੇ ਬਾਕੀਆਂ ਦੀ ਕਿਉਂ ਨਹੀਂ ਕਰਦਾ? ਕਿਉਂਕਿ ਬਾਕੀ ਜਿਹੜੇ ਹੈਗੇ ਉਹ ਚਾਹੁੰਦੇ ਆ ਉਹਨਾਂ ਨੂੰ, ਉਹਨਾਂ ਦਾ ਪ੍ਰੈਫਰੈਂਸ, ਉਹਨਾਂ ਦੀ ਜਿਹੜੀ ਹੈਗੀ ਆ ਇੱਛਾ ਜਿਹੜੀ ਹੈਗੀ ਉੱਧਰ ਨੂੰ ਹੈਗੀ ਭਾਈ। ਕੀਤੀਆਂ ਨੇ ਆਪਣੀ ਰੱਖ ਗਰੀਬ ਨਿਵਾਜ ਥਾਪ, ਆਪੇ ਲयन ਛਡਾਏ ਬੰਧਨ ਸਗਲ ਕਾਪ। ਮਾਲਕ ਪਰਮਾਤਮਾ ਛਡਾਉਂਦਾ ਹੈ ਭਾਈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਇਹ ਸਾਰੇ ਬੰਧਨਾਂ ਤੋਂ ਕੱਟ ਦਿੰਦਾ ਹੈ। ਤ੍ਰਿਸ਼ਨ ਬੁਝੀ ਆਸ ਪੁੰਨੀ ਮਨ ਸੰਤੋਖੇ ਧਰਾਪ। ਉਹਨਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਆ, ਆਸਾ ਪੂਰੀ ਹੋ ਜਾਂਦੀ ਹੈ, ਅੰਮ੍ਰਿਤ ਰਸ ਲੈ ਲੈਂਦੇ ਆ, ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਐਂਟਰੀ ਹੋ ਜਾਂਦੀ ਹੈ, ਮਨ ਦੇ ਵਿੱਚ ਸੰਤੋਖ ਦੇ ਨਾਲ ਪੂਰਾ ਧਰਾਪਿਆ ਜਾਂਦਾ ਹੈ। ਧਰਾਪਣਾ ਕੀ ਹੈ? ਰੱਜ ਜਾਂਦਾ ਹੈ ਪੂਰਾ ਦਾ ਪੂਰਾ। ਵੱਡੀ ਹੋ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ। ਉਹ ਮਾਲਕ ਪਰਮਾਤਮਾ ਸਭ ਤੋਂ ਵੱਡਾ ਹੈਗਾ, ਅਪਾਰ ਸ਼ਕਤੀ ਦਾ ਮਾਲਕ ਹੈਗਾ। ਉਸ ਮਾਲਕ ਪਰਮਾਤਮਾ ਨੂੰ ਉਹ ਜਿਹੜੀ ਇਹ ਮਾਇਆ ਜਿਹੜੀ ਹੈਗੀ ਜੋ ਮਾਲਕ ਨੇ ਪਾਈ ਆ, ਇਹਦਾ ਕੋਈ ਲੇਪ ਨਹੀਂ ਆ ਪੁੰਨ ਪਾਪ ਦਾ, ਉਹ ਕਰਮਾਂ ਦਾ। ਉਹ ਕਰਮਾਂ ਤੋਂ ਬਾਹਰ ਹੈ ਮਾਲਕ ਪਰਮਾਤਮਾ। ਔਰ ਜਿਹੜਾ ਹੈਗਾ ਉਹਦੀ ਭਗਤੀ ਕਰਦਾ ਹੈ, ਉਹ ਵੀ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਇਹ ਪੁੰਨ ਪਾਪ ਤੋਂ ਜਿਹੜਾ ਹੈਗਾ ਪਰੇ ਹੋ ਜਾਂਦਾ ਹੈ, ਲੇਖੇ ਤੋਂ ਪਰੇ ਹੋ ਜਾਂਦਾ ਹੈ। ਉਹ ਕਾਰਨ ਸ਼ਰੀਰ ਖਤਮ ਹੋ ਜਾਂਦਾ ਹੈ। ਔਰ ਇਹ ਹੋਏਗਾ ਜਦ ਤੱਕ ਆਪਣਾ ਸਰੀਰ ਹੈਗਾ, ਚਾਂਸ ਹੈਗਾ ਭਾਈ ਸਟੇਜ 'ਤੇ ਆਉਣ ਦਾ। ਇਸੇ ਵਾਸਤੇ ਆਪਾਂ ਨੂੰ ਇਹ ਮਨੁੱਖੀ ਸਰੀਰ ਮਿਲਿਆ ਆ। ਮਾਲਕ ਮਿਹਰ ਕਰੇ ਔਰ ਆਪਾਂ ਜਿਹੜੇ ਹੈਗੇ ਇਸ ਕਾਰਵਾਈ 'ਤੇ ਦਿਲੋਂ ਜਿਹੜੇ ਹੈਗੇ ਲੱਗ ਜਾਈਏ।
ਇਹੀ ਜਿਹੜੀ ਹੈ ਉਪਰਾਲਾ ਹੈਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸੰਗਤ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਹੁਕਮਨਾਮਾ ਆਇਆ ਸੀ, ਹਾਂਜੀ ਹਾਂਜੀ, ਕੇਵਲ ਨਾਮ ਜਪੋ ਰੇ ਪ੍ਰਾਣੀ, ਪੜ੍ਹੋ ਇੱਕ ਹੀ ਹੀ ਸਰਨਾ। ਅੱਜ ਸਰਨਾ। ਸਾਰਾ ਵਿਚਾਰ ਸਾਰੇ ਉਸ ਤਰੀਕੇ ਨਾਲ ਹੈ। ਹਾਂ ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੁਕਮਨਾਮਾ ਭਾਜੀ ਕਿੱਥੋਂ, ਅੰਮ੍ਰਿਤਸਰ ਤੋਂ ਆਇਆ ਕਹਿੰਦੇ? ਹਾਂਜੀ ਨਹੀਂ ਹਾਂਜੀ, ਨਹੀਂ, ਘਰੇ ਅੱਛਾ ਘਰੇ ਆਏ। ਹਾਂਜੀ, ਅੱਛਾ ਅੱਛਾ। ਵਾਹਿਗੁਰੂ 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 ਵਾਹਿਗੁਰੂ